ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਆਦਾਬ। ਸੋ ਆਹ ਵੀਡੀਓ ਉਹ ਹਰ ਸਟੂਡੈਂਟ ਲਈ ਇੰਪੋਰਟੈਂਟ ਹੈ ਜੋ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਦਾ ਹੈਗਾ। ਖਾਸ ਕਰਕੇ ਜਿਵੇਂ ਹੁਣ ਟ੍ਰਿਪਲ ਐਸਬੀ ਦੇ ਐਗਜ਼ਾਮ ਹੋਣੇ ਆ ਜਾਂ ਪੰਜਾਬ ਪੁਲਿਸ ਦੇ ਐਗਜ਼ਾਮ ਹੋ ਚੁੱਕੇ ਆ ਜਾਂ ਫਿਰ ਅੱਗੇ ਜਾ ਕੇ ਵੀ ਹੋਣਗੇ, ਰਾਈਟ ਆ। ਕਿਉਂਕਿ ਹੁਣ ਲੇਟੈਸਟ ਤਾਂ ਟ੍ਰਿਪਲ ਐਸਬੀ ਐਗਜ਼ਾਮ ਰਹਿ ਗਿਆ ਜਿਹਦੇ ਵਿੱਚ ਤੁਹਾਡਾ ਵੀਡੀਓ ਆ, ਕਲਰਕ ਆ, ਐਕਸਾਈਜ਼ ਆ। ਸੋ ਪੂਰੇ ਜੀਕੇ ਦਾ ਸਿਲੇਬਸ ਮੈਂ ਪੂਰੀ ਡਿਟੇਲ ਦੇ ਵਿੱਚ ਦੱਸੂਗਾ, ਇੱਕ ਇੱਕ ਟੌਪਿਕ ਦੱਸੂਗਾ, ਕਿਉਂਕਿ 50 ਨੰਬਰ ਦੀ ਜੀਕੇ ਲਗਭਗ ਆਉਣੀ ਆ। ਜੇਕਰ ਮੈਂ ਐਕਸਾਈਜ਼ ਦੀ ਗੱਲ ਕਰਾਂ ਤਾਂ 20 ਨੰਬਰਾਂ ਦਾ ਜਿਹੜਾ ਤੁਹਾਡਾ ਪੰਜਾਬ ਜੀਕੇ ਦਾ ਪੋਰਸ਼ਨ ਹੈ ਤੇ ਜਿਹੜਾ 30 ਨੰਬਰਾਂ ਦਾ ਉਹ ਇੰਡੀਅਨ ਜੀਕੇ ਜਿਹਨੂੰ ਆਪਾਂ ਕਹਿੰਦੇ ਨੇ ਨੈਸ਼ਨਲ ਐਂਡ ਇੰਟਰਨੈਸ਼ਨਲ ਇਵੈਂਟਸ ਵਗੈਰਾ ਵੀ ਉਹਦੇ ਵਿੱਚ ਆ ਜਾਂਦੇ ਆ, ਕਰੰਟ ਅਫੇਅਰਸ ਵਗੈਰਾ ਯਾਨੀ ਕਿ ਹੋਣਗੇ, ਰਾਈਟ ਆ। ਸੋ ਪੂਰਾ ਸਿਲੇਬਸ ਕੱਲਾ ਕੱਲਾ ਟੌਪਿਕ ਯਾਨੀ ਟੌਪਿਕ ਦੇ ਵੀ ਸਬ ਟੌਪਿਕ ਮੈਂ ਇੱਥੇ ਲੈ ਕੇ ਆਉਂਗਾ ਜਿੱਥੋਂ ਜਿੱਥੋਂ ਕੁਐਸਚਨ ਪੁੱਛੇ ਜਾਂਦੇ ਆ ਤੇ ਉਹਦੇ ਵਾਸਤੇ ਤੁਹਾਨੂੰ ਕੀ ਕੁਝ ਕਰਨਾ ਚਾਹੀਦਾ ਉਹ ਸਾਰੀ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ। ਹਾਲਾਂਕਿ ਇਹ ਇੱਕ ਇੰਟਰੋਡਕਸ਼ਨ ਵੀਡੀਓ ਹੈ। ਜਿਵੇਂ ਮੈਂ ਤੁਹਾਨੂੰ ਇੱਥੇ 40 + 50 ਆਊਟ ਆਫ 50 ਲਿਖਿਆ ਹੋਇਆ, ਆਊਟ ਆਫ 50 ਦਾ ਮਤਲਬ 50 ਦੇ ਵਿੱਚੋਂ 40 ਤਾਂ ਇੱਕ ਆਮ ਜਵਾਕ ਲਿਆ ਸਕਦਾ ਇੰਨਾ ਪੜ੍ਹ ਕੇ। ਉਸ ਤੋਂ ਬਾਅਦ ਤਾਂ ਜਿੰਨੀ ਪ੍ਰੈਕਟਿਸ, ਜਿੰਨੇ ਕੁਐਸਚਨ ਕਰੋਗੇ, ਜਿੰਨੇ MCQ ਪ੍ਰੈਕਟਿਸ ਕਰੋਗੇ, ਫਿਰ 40 ਤੋਂ 41 42 43 44 45 46 ਆਊਟ ਆਫ 50 ਅਗਰ ਤੁਸੀਂ 50 ਦੇ 50 ਲਿਆ ਸਕਦੇ ਹੋ ਤਾਂ ਇਹ ਵੀ ਕੋਈ ਬਾਹਲੀ ਵੱਡੀ ਗੱਲ ਹੈ ਨਹੀਂ। ਕਿਉਂਕਿ ਅਗਰ ਪੇਪਰ ਸੌਖਾ ਆਉਂਦਾ ਤਾਂ ਓਬਵੀਅਸ ਗੱਲ ਹੈ ਤੁਸੀਂ ਕਰ ਸਕਦੇ ਹੋ, ਬਟ ਫਿਰ ਵੀ ਆਪਾਂ ਇੱਕ ਇਨ ਜਨਰਲ ਬੇਸਿਸ ਤੇ, ਕਿਉਂਕਿ ਅੱਜ ਕੱਲ ਜੀਕੇ ਦੇ ਵਿੱਚ ਕੁਝ ਵੀ ਪੁੱਛ ਲਿਆ ਜਾਂਦਾ ਸਟੈਟਿਕ ਜੀਕੇ ਤੋਂ। ਸੋ ਬੇਸਿਕਲੀ ਆਪਾਂ 40 ਇੱਕ ਸਕੋਰ ਐਸਾ ਮੰਨਦੇ ਹਾਂ ਜੋ ਕਿ ਹਰ ਇੱਕ ਬੱਚੇ ਦਾ ਆ ਸਕਦਾ ਇੰਨਾ ਪੋਰਸ਼ਨ ਪੜਨ ਤੋਂ ਬਾਅਦ, ਰਾਈਟ। ਐਂਡ ਇਹ ਮੇਰੇ ਕੋਲੇ ਪ੍ਰੂਫ ਹੈ ਜੋ ਲੈ ਕੇ ਆਉਂਦੇ ਆ ਬੱਚੇ, ਮੇਰੇ ਆਪਣੇ ਹੀ ਜੋ ਸਟੂਡੈਂਟ ਦੀ ਮੈਂ ਗੱਲ ਕਰਾਂ ਤਾਂ ਵਧੀਆ ਤੋਂ ਵਧੀਆ ਲੈ ਕੇ ਸਟੂਡੈਂਟ ਆ ਜਾਂਦੇ ਆ। ਮੈਂ ਟ੍ਰਿਪਲ ਐਸਬੀ ਦੀ ਗੱਲ ਕਰ ਰਿਹਾ, ਅਗਰ TCS ਪੈਟਰਨ ਤੇ ਹੀ ਇਸ ਸਕੋਰ ਨੂੰ ਦੇਖਿਆ ਜਾਵੇ ਤਾਂ ਅਗਰ 35 ਸਕੋਰ ਤੁਹਾਡਾ ਆ ਰਿਹਾ ਤਾਂ ਬਹੁਤ ਹੀ ਵਧੀਆ, ਰਾਈਟ। ਚਲੋ ਖੈਰ, ਤਾਂ ਆਪਾਂ ਟ੍ਰਿਪਲ ਐਸਬੀ ਐਗਜ਼ਾਮ ਬੇਸਿਸ ਤੇ ਇਹ ਸਾਰੀ ਜੀਕੇ ਦਾ ਸਿਲੇਬਸ ਪੜ੍ਹਦੇ ਹਾਂ, ਰਾਈਟ। ਇਹਦੇ ਲਈ ਮੈਂ ਐਪਲੀਕੇਸ਼ਨ ਤੇ ਵੀ ਇੱਕ ਕੋਰਸ ਕ੍ਰੀਏਟ ਕੀਤਾ ਹੋਇਆ, ਇਹ ਉਹਨਾਂ ਵਾਸਤੇ ਵੀ ਹੈ ਇੰਟਰੋਡਕਸ਼ਨ ਵੀਡੀਓ। ਸੋ ਆਬਵੀਅਸ ਗੱਲ ਹੈ ਜੇਕਰ ਮੈਂ ਜਿਹੜਾ ਕੁਝ ਕਰਾਉਂਗਾ ਉਹ ਤੁਹਾਨੂੰ ਮੈਂ ਸਾਰਾ ਇੱਥੇ ਬੇਸਿਕਲੀ ਦੱਸਣ ਜਾ ਰਿਹਾ ਕਿ ਇੰਨੀ ਡਿਟੇਲ ਮੈਂ ਕਰਾਉਂਗਾ। ਐਂਡ ਜੇਕਰ ਤੁਸੀਂ ਆਪਣੇ ਆਪ ਕਰ ਰਹੇ ਹੋ ਤਾਂ ਇੰਨੀ ਡਿਟੇਲ ਪੜ੍ਹਨ ਦੀ ਜ਼ਰੂਰਤ ਹੈ। ਹੁਣ ਐਪਲੀਕੇਸ਼ਨ ਕਰ ਲਓ ਇੰਸਟਾਲ, ਉਹਦੇ ਵਾਸਤੇ ਤੁਸੀਂ ਰੇਸ ਅਕੈਡਮੀ ਵਿਜ਼ੂਅਲ ਦੀ ਪਲੇ ਸਟੋਰ ਤੋਂ ਐਪਲੀਕੇਸ਼ਨ ਇੰਸਟਾਲ ਕਰ ਸਕਦੇ ਹੋ। ਜਿਵੇਂ ਤੁਹਾਨੂੰ ਇਹ ਦਿਖ ਰਿਹਾ ਹੈਗਾ, ਇਹਨੂੰ ਓਪਨ ਕਰ ਲਓ, ਸਟੋਰ ਦੇ ਵਿੱਚ ਜਾ ਕੇ ਬਹੁਤ ਸਾਰੇ ਕੋਰਸ ਉੱਤੇ ਪਏ ਆ। ਤਾਂ ਚਲੋ ਪਹਿਲਾਂ ਆਪਾਂ ਸਿਲੇਬਸ ਦੀ ਗੱਲਬਾਤ ਕਰਦੇ ਹਾਂ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ। ਤਾਂ ਬੇਸਿਕਲੀ ਮੈਂ ਪਹਿਲਾਂ ਸਿਲੇਬਸ ਨੂੰ ਬਹੁਤ ਬ੍ਰੌਡ ਤਰੀਕੇ ਨਾਲ ਲਿਖ ਲਿਆ ਜਿਹੜਾ ਕਿ ਆਮ ਤੌਰ ਤੇ ਆਪਾਂ ਸਿਲੇਬਸ ਪੜ੍ਹਦੇ ਹਾਂ। ਜਿਵੇਂ ਇੱਥੇ ਤੁਹਾਨੂੰ ਦਿਖ ਰਿਹਾ ਹੈਗਾ ਕਿ ਸਭ ਤੋਂ ਪਹਿਲਾਂ ਆਪਾਂ ਇੰਡੀਅਨ ਹਿਸਟਰੀ ਦੀ ਗੱਲ ਕਰਦੇ ਹਾਂ, ਫਿਰ ਪੋਲਿਟੀ ਹੋ ਗਿਆ, ਹਿਸਟਰੀ ਪੋਲਿਟੀ ਜਿਓਗ੍ਰਾਫੀ ਹਰ ਇੱਕ ਸਟੂਡੈਂਟ ਪੜ੍ਹਦਾ ਹੀ ਪੜ੍ਹਦਾ। ਹਿਸਟਰੀ ਹੋ ਗਿਆ, ਪੋਲਿਟੀ ਹੋ ਗਿਆ, ਤਾਂ ਪੜ੍ਹ ਬਹੁਤ ਜਾਣਿਆਂ ਨੇ ਘਸਾਤਾ ਹੋਊਗਾ, ਬਟ ਫਿਰ ਵੀ ਆਪਾਂ ਅੱਜ ਦੇਖਾਂਗੇ ਵੀ ਇਹਦੇ ਵਿੱਚੋਂ ਕਿਹੜੇ ਕਿਹੜੇ ਟੌਪਿਕ ਹੈ ਇੰਪੋਰਟੈਂਟ ਹੈ, ਕੀ ਤੁਸੀਂ ਜਿੱਥੋਂ ਪੜ੍ਹ ਰਹੇ ਹੋ ਉਹਨਾਂ ਨੇ ਤੁਹਾਨੂੰ ਇਹ ਕਰਵਾਇਆ ਤੇ ਜਾਂ ਫਿਰ ਤੁਸੀਂ ਜੇਕਰ ਆਪ ਪੜ੍ਹ ਰਹੇ ਹੋ ਤਾਂ ਆਪ ਤੁਸੀਂ ਇੰਨਾ ਕੁਝ ਕਰ ਲਿਆ ਜਾਂ ਨਹੀਂ, ਉਹ ਸਾਰਾ ਮੈਂ ਦੱਸੂਗਾ। ਇਸ ਤੋਂ ਬਾਅਦ ਆ ਗਿਆ ਇੰਡੀਅਨ ਜਿਓਗ੍ਰਾਫੀ, ਜਿਓਗ੍ਰਾਫੀ ਵੀ ਇੰਪੋਰਟੈਂਟ ਹੈ। ਇੰਡੀਅਨ ਇਕੋਨਮੀ, ਇਕੋਨਮੀ ਵੀ ਇੰਪੋਰਟੈਂਟ ਹੈ, ਬਟ ਇਕੋਨਮੀ ਇੰਨਾ ਜ਼ਿਆਦਾ ਪਲੇ ਰੋਲ ਨਹੀਂ ਕਰਦਾ, ਬਟ ਫਿਰ ਵੀ ਜੋ ਟੌਪਿਕ ਇੰਪੋਰਟੈਂਟ ਹੈ ਉਹ ਤੁਹਾਨੂੰ ਮੈਂ ਦੱਸ ਕੇ ਜਾਊਂਗਾ। ਇਸ ਤੋਂ ਬਾਅਦ ਆ ਗਿਆ ਵਰਲਡ ਹਿਸਟਰੀ। ਵਰਲਡ ਹਿਸਟਰੀ ਤੋਂ ਕੁਐਸਚਨ ਇੱਕ ਜਾਂ ਦੋ ਆ ਜਾਂਦੇ ਆ, ਬਟ ਫਿਰ ਵੀ ਵਰਲਡ ਹਿਸਟਰੀ ਤੋਂ ਜੋ ਪੜ੍ਹਨਾਗਾ ਉਹ ਮੈਂ ਤੁਹਾਨੂੰ ਦੱਸੂਗਾ। ਸੇਮ ਜਨਰਲ ਸਾਇੰਸ ਹੈ, ਜਨਰਲ ਸਾਇੰਸ ਦੇ ਵਿੱਚ ਜਿਵੇਂ ਬਾਇਓ ਆ, ਫਿਜ਼ਿਕਸ ਆ, ਤੁਹਾਡੀ ਕੈਮਿਸਟਰੀ ਆ, ਇਹਦੇ ਵੀ ਸਬ ਟੌਪਿਕ ਮੈਂ ਦੱਸੂਗਾ ਵੀ ਜੋ ਜੋ ਤੁਸੀਂ ਇੰਪੋਰਟੈਂਟ ਪੜ੍ਹਨੇ ਆ ਜਾਂ ਮੈਂ ਪੜ੍ਹਾਊਂਗਾ, ਰਾਈਟ ਹੈ। ਇਸ ਤੋਂ ਬਾਅਦ ਇੰਡੀਅਨ ਜਿਓਗ੍ਰਾਫੀ ਦੇ ਨਾਲ ਫਿਜ਼ੀਕਲ ਜਿਓਗ੍ਰਾਫੀ ਵੀ ਇੰਪੋਰਟੈਂਟ ਹੈ ਜਿਹਦੇ ਵਿੱਚ ਆਪਾਂ ਬਹੁਤ ਕੁਝ ਪੜ੍ਹ ਸਕਦੇ ਹਾਂ। ਇਸ ਤੋਂ ਬਾਅਦ ਸਾਇੰਸ ਐਂਡ ਟੈਕ ਦਾ ਪੋਰਸ਼ਨ ਜੋ ਤੁਸੀਂ ਕਰੰਟ ਅਫੇਅਰ ਦੇ ਨਾਲ ਰਿਲੇਟ ਹੋ ਕੇ ਪੜ੍ਹਨਾ ਹੋਊਗਾ, ਸਟੈਟਿਕ ਜੀਕੇ ਦੇ ਰਿਲੇਟ ਹੋ ਕੇ ਪੜ੍ਹਨਾ ਹੋਊਗਾ। ਇਸ ਤੋਂ ਬਾਅਦ ਇਨਵਾਇਰਨਮੈਂਟ ਆ ਗਿਆ। ਇਨਵਾਇਰਨਮੈਂਟ ਫਿਜ਼ੀਕਲ ਜਿਓਗ੍ਰਾਫੀ ਦੇ ਵਿੱਚ ਹੀ ਪੜ੍ਹ ਲਈ ਜਾਂਦੀ ਹੈ, ਹਾਲਾਂਕਿ ਜੇਕਰ ਤੁਸੀਂ PPSC ਬੇਸਿਸ ਤੇ ਪੜ੍ਹਨਾ ਹੋਵੇ ਤਾਂ ਇਨਵਾਇਰਨਮੈਂਟ ਵੀ ਬਹੁਤ ਵਾਸਟ ਹੈ ਜੇਕਰ ਤੁਸੀਂ ਡਿਟੇਲ ਦੇ ਵਿੱਚ ਪੜ੍ਹਨਾ ਹੋਵੇ। ਫਿਰ ਸਟੈਟਿਕ ਜੀਕੇ ਆ ਗਿਆ ਤੇ ਫਿਰ ਪੰਜਾਬ ਜੀਕੇ ਆ ਗਿਆ। ਪੰਜਾਬ ਜੀਕੇ ਦਾ ਤਾਂ ਐਡਾ ਵਧੀਆ, ਯਾਨੀ ਤੁਸੀਂ ਐ ਕਹ ਲਓ ਵੀ ਤੁਹਾਡੇ ਕੋਲੇ ਮੌਕਾ ਜਿਹੜਾ 20 ਨੰਬਰ ਹੈ ਉਹ 20 ਦੇ 20 ਪੱਕੇ ਹੋ ਸਕਦੇ। ਯਾਨੀ ਪੰਜਾਬ ਜੀਕੇ ਜੇਕਰ ਤੁਸੀਂ ਵਧੀਆ ਤਰੀਕੇ ਦੇ ਨਾਲ ਪੜ੍ਹ ਲਓ, ਬਹੁਤ ਖੂਬ ਤਰੀਕੇ ਦੇ ਨਾਲ। ਤਾਂ ਸਭ ਤੋਂ ਪਹਿਲਾਂ ਆਪਾਂ ਪੰਜਾਬ ਜੀਕੇ ਦੀ ਹੀ ਗੱਲ ਕਰਦੇ ਹਾਂ ਕਿ ਪੰਜਾਬ ਜੀਕੇ ਨੂੰ ਜੇਕਰ ਤੁਸੀਂ ਪੜ੍ਹਨਾ ਹੋਵੇ ਤਾਂ ਕਿੰਨੀ ਜ਼ਿਆਦਾ ਡਿਟੇਲ ਦੀ ਜ਼ਰੂਰਤ ਹੈ, ਜਾਂ ਫਿਰ ਐ ਕਹ ਲਓ ਵੀ ਜੇਕਰ ਤੁਸੀਂ ਮੇਰੇ ਤੋਂ ਪੜ੍ਹ ਰਹੇ ਹੋ ਤਾਂ ਤੁਹਾਨੂੰ ਮੈਂ ਕਿੰਨੀ ਡਿਟੇਲ ਦੇ ਵਿੱਚ ਪੜ੍ਹਾਊਂਗਾ ਪੰਜਾਬ ਜੀਕੇ। ਜੇਕਰ ਤੁਸੀਂ ਵੈਸੇ ਵੀ YouTube ਤੇ ਮੇਰੀ ਪੰਜਾਬ ਜੀਕੇ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਕੰਪਲੀਟ ਪੰਜਾਬ ਜੀਕੇ ਜਾਂ ਵੈਸੇ ਸਰਚ ਕਰ ਲਓ ਕੰਪਲੀਟ ਪੰਜਾਬ ਜੀਕੇ ਬਾਈ ਰੇਸ ਅਕੈਡਮੀ ਜਾਂ ਫਨਕਾਰ ਸਰ। ਸੋ ਆਬਵੀਅਸ ਗੱਲ ਹੈ ਤੁਹਾਨੂੰ ਪੰਜਾਬ ਜੀਕੇ ਦੀ ਵੀਡੀਓ ਮਿਲ ਜੂਗੀ, ਐਂਡ ਬਹੁਤ ਖਤਰਨਾਕ ਤਰੀਕੇ ਦੇ ਨਾਲ ਮੈਂ ਆਲਰੇਡੀ ਪੜ੍ਹਾ ਰੱਖਿਆ ਤੇ ਪੂਰੀ ਡਿਟੇਲ ਜੇਕਰ ਪੜ੍ਹਨਾ ਚਾਹੁੰਦੇ ਹੋ ਤਾਂ ਹੁਣ ਮੈਂ ਤੁਹਾਨੂੰ ਸਾਰੀ ਪੂਰਾ ਸਿਲੇਬਸ ਯਾਨੀ ਕਿ ਦੱਸੂਗਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਸਾਰੀਆਂ ਚੀਜ਼ਾਂ ਪੜ੍ਹ ਸਕਦੇ ਹਾਂ। ਸੋ ਆਪਾਂ ਪਹਿਲਾਂ ਪੰਜਾਬ ਜੀਕੇ ਨੂੰ ਵੀ ਇੱਕ ਬ੍ਰੌਡ ਬੇਸਿਸ ਤੇ ਲੈ ਆਉਣੇ ਆ। ਪੰਜਾਬ ਜੀਕੇ ਨੂੰ ਜੇਕਰ ਮੈਂ ਬ੍ਰੌਡ ਬੇਸਿਸ ਤੇ ਲਿਆਵਾਂ ਤਾਂ ਕੀ ਹੈ, ਦੇਖੋ ਪੰਜਾਬ ਹਿਸਟਰੀ ਜੇਕਰ 1451 ਤੋਂ ਲੈ ਕੇ ਤੁਸੀਂ 1966 ਦੀ ਕਹਾਣੀ ਪੜ੍ਹਨਾ ਚਾਹੁੰਦੇ ਤਾਂ ਮੈਂ ਫਿਰ ਦੱਸਦਾ ਕਿ ਉਸ YouTube ਦੀ ਵੀਡੀਓ ਤੇ ਚਲੇ ਜਾਓ ਜੋ ਮੈਂ ਪੜ੍ਹਾਇਆ ਹੋਇਆ।
बहुत खतरनाक तरीके दे नाल तुहानूं सारी चीज़ां याद हो जाएंगे, बहुत वधिया तरीके दे नाल याद हो जाएंगे। राइट है। सो पंजाब हिस्टरी 1451 जो बहलोल होती है तो 1966 तक आप चंडीगढ़ की फॉर्मेशन करते हैं, यानी यूटी बनती है बेसिकली। पंजाब जो स्टेट फॉर्मेशन है बेसिकली 1966 जो वक्रे वक्रे होंगे तो चंडीगढ़ अपना उदों पहला फॉर्म हो जाता बेसिकली, यानी कि उत्थों तक आप पढ़ना। सो यही सारा कुछ इंपॉर्टेंट बन गया। ये भी मैं तुम्हें पंजाब हिस्टरी के भी सब टॉपिक दसूँगा। इस तो बाद पहला मैं ब्रॉड वे के दस रहा गा। राइट। फिर पंजाब के बेसिस पर आप जियोग्राफी पढ़ना, इकोनॉमी पढ़ना, पंजाब के बेसिस पर आप एडमिनिस्ट्रेशन पढ़ना। हुण एडमिनिस्ट्रेशन की पढ़ना वो भी दसूँगा मैं। इस तो बाद लैंगुएज तो लिटरेचर आ गया जोड़ा कि बहुत ज़्यादा इंपॉर्टेंट रोल अदा करता। आर्ट एंड कल्चर हो गया, बहुत ज़्यादा इंपॉर्टेंट रोल करता। एंड इंपॉर्टेंट परसनैलिटीज़ हो गया। यानी मेजर जेकर आप ब्रॉडवे ढंग के नाल देखिए तो यह 6 टॉपिक बनते हैं। हिस्टरी हो गया, जियोग्राफी इकोनॉमी हो गया, एडमिनिस्ट्रेशन, लैंगुएज लिटरेचर, आर्ट एंड कल्चर या फिर इंपॉर्टेंट परसनैलिटीज़। हुण आप जेकर इस तो बाद की गल करिए कि कल्ले पंजाब हिस्टरी के जेकर पढ़ांगे तो आप की कुछ पढ़ांगे, कितनी डिटेल के पढ़ांगे, तो जां तुसीं पढ़ रहे हो तो की इन्नी डिटेल के पढ़ रहे हो या नहीं पढ़ रहे। देखो तो सब तो पहला फिजिकल फीचर्स पढ़ांगे। फिजिकल फीचर्स का मतलब की है कि पहला एंशियंट हिस्टरी के पंजाब यानी किवें देखा जा सकता, किहड़ी ट्राइब, जिवें आपां पंजाब नूं टक ट्राइब भी कहते सी ना, तो टक बेसिकली टक प्रदेश कहते सी, तो टक ट्राइब सी। तो इस तरीके के नाल फिजिकल फीचर्स के आपां इहो जिही चीज़ां पढ़ सकते हैं। नाल उस तो बाद आपां पढ़ांगे कि सोर्सिस ऑफ हिस्टरी, यानी पंजाब आपां नूं हिस्टरी दे विच कित्थे कित्थे मिलदा, जिवें खास करके आपां कह दिंदे आ कि पंजाब दा वर्णन ऐश बुक दे विच कीता गया। तो एंशियंट हो गया, मडीवल हो गया, मॉडर्न हो गया। तो उस एसपैक्ट तो आप पंजाब का सबूत कित्थे कित्थे देखते हैं, यानी पंजाब इन्ने टाइम तो ऑलरेडी हैगा इस तरीके के नाल। राइट। जिवें आप आर्यनस की गल करते हैं कि आर्यनस सब तो पहला आके सैटल कित्थे होया, एक क्वेश्चन आम तौर पर आता गा। सो बेसिकली इहो जिहा कुछ है जिहड़ा भी सोर्सिस ऑफ हिस्टरी कि किहड़ियां बुक्स दे विच आपां नूं पंजाब दा वर्णन मिलदा, की गलबात हैगी आ। राइट। जां जो पंजाब दे विच सोशो रिलीजियस मूवमेंट्स चलियां, जां रिलीजन आ जिहड़ा ओह किवें इवॉल्व कीता गा पंजाब दे विच, ਉਹ सोर्स है जोड़ा बहुत ज़्यादा इंपॉर्टेंट बन जाता। सो सोर्सिस ऑफ हिस्टरी आप पढ़ांगे। इस तो बाद आगे बिगिनिंग ऑफ द 16th सेंचुरी। 16th सेंचुरी की बिगिनिंग ऑबवियस गल है कि जो आप मुस्लिम हो गए, हिंदू हो गए, सिख जोड़ा रिलीजन अपना ओरिजिनेट होंदा गा, गाहां जाके खालसा पंथ की स्थापना होंदी है, तो उस तो बाद अपना पूरा यह सारा बनता गा। सो वो आप सारा डिटेल यानी बिगिनिंग ऑफ द 16th सेंचुरी तो क्वेश्चन यानी कि बहुत सारे पूछे जाते हैं। राइट। हुण जो आप बिगिनिंग ऑफ 16th सेंचुरी की गल की है तो ऑबवियस गल है 1469 तो लैके 1539 गुरु नानक देव जी, तो उस तो बाद गुरु गोबिंद सिंह जी तक आप पूरे सिखिज्म को पढ़ांगे, जोड़ा कि बहुत ज़्यादा इंपॉर्टेंट है तो सौखा। मेरे हिसाब से इतों क्वेश्चन पक्का पूछा जाता, तो हर पंजाब के स्टूडेंट जो पढ़ रहे हैं उन्होंने राइट होंदा, तो राइट होना भी चाहिए क्योंकि यह तुहानूं इतिहास पता ही होना चाहिए। राइट। इस तो बाद गुरु गोबिंद सिंह जी तो बाद आप बाबा बंदा सिंह बहादुर जी को पढ़ते हैं, तो उस तो बाद मुगलों सिखिज्म के नाल जो उन्होंने रिलेशन से बेसिकली वो जो गुरु गोबिंद सिंह जी नाल लड़ाइयां हुई, जो फिर बाबा बंदा सिंह बहादुर जी नाल लड़ाइयां हुई, वो सारिया लड़ाइयां गतिविधियां मुगलों के नाल पढ़िया जांदियां। राइट। इस तो बाद अहमद शाह अब्दाली के हमले बहुत इंपॉर्टेंट बन जाते हैं, बहुत ही इंपॉर्टेंट है क्योंकि मीर मन्नू तो बाद जेकर आप गलबात करिए कि अहमद शाह अब्दाली के काफ़ी ज़्यादा हमले स्ट्रोंग होंगे, तो उस तो बाद किवें आप अहमद शाह अब्दाली को भजाने हैं, वो सारिया गल्लां बातां यानी ये पढ़ते हैं। इस तो बाद आप गल करते हैं क्योंकि अहमद शाह अब्दाली तो उस तो बाद सिख इकट्ठे होंगे हैं, तो सिखा दी बनदियां मिसलां, वो कल्ली कल्ली मिसल पढ़नी जरूरी है। उन्होंने मिसलों का हैडकुआटर की है, फाउंडर कौन है, किहड़े किहड़े इंपॉर्टेंट परसनैलिटीज़ है, फिर छोटा घल्लूघारा वड्डा घल्लूघारा, वो सारा कुछ पढ़िया जाता है। राइट। इस तो बाद आप सिख मिसलों के जेकर आप रिलेट करिए तो उस तो बाद एक मिसल बहुत इंपॉर्टेंट निकल के आते जिन्होंने शुक्र चक्किया मिसल कहने हैं, एंड वो शुक्र चक्किया मिसल का जोड़ा मोढ़ी महाराजा रणजीत सिंह जी बनते हैं, तो उस तो बाद महाराजा रणजीत सिंह जी सारिया मिसलों मिला के एक सिख अंपायर का गठन करते हैं। तो सिख अंपायर के एडमिनिस्ट्रेटिव के पॉइंट ऑफ व्यू तो ਜਾਂ एरिया कितना वाइड सी, ਜਾਂ ब्रिटिश के नाल किहड़ियां संधियां हुई है ना, तो वो सारा कुछ पढ़िया जाऊगा। जिवें आप संधि लाहौर की पढ़ते हैं, संधि अमृतसर की पढ़ते हैं, या फिर आप जो पढ़ते हैं कि भाई एक ट्राइपरटाइट हुई है। सो बेसिकली जो महाराजा रणजीत सिंह के टाइम से एडमिनिस्ट्रेटिव पॉइंट ऑफ व्यू तो, जियोग्राफिकल पॉइंट ऑफ व्यू तो, या फिर जो पोलिटिकल पॉइंट ऑफ व्यू तो बेसिकली पॉलिसीज हुई, वो सारा कुछ यानी कि आप महाराजा रणजीत सिंह के टाइम से सिख अंपायर के पढ़ांगे। राइट है। सो ये बेसिकली मैं सब टॉपिक तुहानूं हिस्टरी दे ही दस्सिया हजे, पंजाब हिस्टरी 10। राइट। इस तो बाद महाराजा रणजीत सिंह की डैथ तो बाद बेसिकली ऑबवियस गल है एंगलो सिख वार होंगे, क्योंकि पंजाब नूं हुण अनैक्स करना गा अंग्रेज़ों ने, ब्रिटिश ने। सो एंगलो सिख वार पहला तो दूसरा ये बहुत इंपॉर्टेंट बनता, तो फिर अनैक्सेशन ऑफ पंजाब ऑबवियस गल 1849 के सैकंड एंगलो
ਸਿੱਖ ਵਾਰ ਤੋਂ ਬਾਅਦ ਪੰਜਾਬ ਨੂੰ ਆਪਾਂ ਨੂੰ ਅਨੈਕਸ ਕਰ ਲਿਆ ਜਾਂਦਾ ਹੈ ਰਾਈਟ। ਤੇ ਫਿਰ ਉਸ ਤੋਂ ਬਾਅਦ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟਸ ਆਉਂਦੀਆਂ ਕਾਫੀ ਇੰਪੋਰਟੈਂਟ ਜੋ ਮੂਵਮੈਂਟਸ ਪੰਜਾਬ ਦੇ ਵਿੱਚ ਵੀ ਆਉਂਦੀਆਂ। ਤੇ ਉਸ ਤੋਂ ਬਾਅਦ ਬਹੁਤ ਵੱਡੀ ਮੂਵਮੈਂਟ ਇੱਕ ਗੁਰਦੁਆਰਾ ਰਿਫਾਰਮ ਮੂਵਮੈਂਟ, ਮਹੰਤਾਂ ਤੋਂ ਜਿਹੜਾ ਗੁਰਦੁਆਰਿਆਂ ਨੂੰ ਛਡਾਇਆ ਜਾਂਦਾ ਗਾ ਬੇਸਿਕਲੀ, ਸੋ ਉਹ ਕਾਫੀ ਇੰਪੋਰਟੈਂਟ ਬਣ ਜਾਂਦੀ ਗੁਰਦੁਆਰਾ ਰਿਫਾਰਮ ਮੂਵਮੈਂਟਸ। ਤੇ ਫਿਰ ਉਹਨਾਂ ਦੀਆਂ ਮੀਟਿੰਗਸ, ਉਹਨਾਂ ਦੇ ਪ੍ਰਧਾਨ, ਉਹ ਸਾਰੀਆਂ ਗਤੀਵਿਧੀਆਂ ਆਪਾਂ ਪੜਾਂਗੇ। ਫਿਰ ਉਸ ਤੋਂ ਬਾਅਦ ਸਟੇਟ ਫਾਰਮੇਸ਼ਨ, ਓਬਵੀਅਸ ਗੱਲ 1947 ਵੰਡ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਆਪਣਾ ਪਾਕਿਸਤਾਨ ਦੇ ਵਿੱਚ ਪੰਜਾਬ ਚਲੇ ਜਾਂਦਾ ਤੇ ਇੰਡੀਆ ਦੇ ਵਿੱਚ ਪੰਜਾਬ ਰਹਿ ਜਾਂਦਾ। ਤੇ ਉਸ ਤੋਂ ਬਾਅਦ ਪੈਪਸੂ ਵਗੈਰਾ ਦੀ ਫਾਰਮੇਸ਼ਨ ਹੁੰਦੀ ਆ, ਉਹ ਸਾਰਾ ਡਿਟੇਲ ਇੱਥੇ ਪੜਾਂਗੇ। ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਫਾਰਮੇਸ਼ਨ ਹੁੰਦੀ ਆ। ਸੋ ਇਹ ਯਾਨੀ ਕਿ ਸਾਰਾ ਬਣਦਾ ਗਾ 15 ਟੌਪਿਕ ਆ ਯਾਨੀ ਪੰਜਾਬ ਹਿਸਟਰੀ ਦੇ ਵਿੱਚ। ਜੇਕਰ ਤੁਸੀਂ ਹੁਣ ਕਿਤੋਂ ਵੀ ਪੜ੍ਹ ਰਹੇ ਹੋ ਤਾਂ, ਜੇਕਰ ਐਵੇਂ ਪੜ੍ਹ ਰਹੇ ਹੋ ਤਾਂ ਬਹੁਤ ਵਧੀਆ, ਪਰ ਕੱਲੇ ਕੱਲੇ ਟੌਪਿਕ ਦੇ ਵਿੱਚ ਪੂਰੀ ਡਿਟੇਲ ਹੋਣੀ ਚਾਹੀਦੀ ਹੈ। ਯਾਨੀ ਤੁਸੀਂ ਇਹ ਕਹੋ ਵੀ ਕੋਈ ਵੀ ਕੁਐਸਚਨ ਤੁਹਾਡਾ ਨਹੀਂ ਰਹਿਣਾ ਚਾਹੀਦਾ, ਇਹੋ ਜਿਹਾ ਨਹੀਂ ਹੋਣਾ ਚਾਹੀਦਾ ਰਾਈਟ। ਸੋ ਕੁਐਸਚਨ ਬੇਸਿਕਲੀ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੋਂ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਆ। ਸੋ ਇਹ ਚੀਜ਼ਾਂ ਤੁਸੀਂ ਪੜ੍ਹਨੀਆਂ। ਇਹ ਤਾਂ ਮੈਂ ਕੱਲੀ ਪੰਜਾਬ ਹਿਸਟਰੀ ਦੀ ਗੱਲ ਕੀਤੀ ਆ। ਹਜੇ ਪੰਜਾਬ ਦੇ ਨਾਲ ਰਿਲੇਟਡ ਆਪਾਂ ਜਿਓਗ੍ਰਾਫੀ ਹੋ ਗਿਆ, ਇਕਨੋਮੀ ਹੋ ਗਿਆ, ਕਲਚਰ ਹੋ ਗਿਆ, ਆਰਟ ਐਂਡ ਕਲਚਰ ਹੋ ਗਿਆ, ਹੈਰੀਟੇਜ ਸਾਈਟਸ ਵਗੈਰਾ ਹੋ ਗਈਆਂ, ਉਹ ਵੀ ਆਪਾਂ ਪੜਾਂਗੇ। ਸੋ ਇਹ ਮੈਂ ਸਾਰਾ ਦੱਸ ਰਿਹਾ ਕਿ ਜੋ ਮੈਂ ਪੜਾਉਂਗਾ ਬੇਸਿਕਲੀ ਕਿਵੇਂ ਕਿਵੇਂ ਚੱਲੂਗਾ। ਐਂਡ ਆਲਰੇਡੀ ਮੈਂ ਬਹੁਤ ਵਾਰ ਇਹਨਾਂ ਨੂੰ ਕੰਪਲੀਟ ਕਰਵਾ ਚੁੱਕਿਆ, ਬਹੁਤ ਸਾਰੇ ਸਟੂਡੈਂਟ ਮੇਰੇ ਤੋਂ ਪੜ੍ਹ ਵੀ ਚੁੱਕੇ ਰਾਈਟ। ਚਲੋ ਕਹਿ ਤਾਂ ਮੈਂ ਜਿਓਗ੍ਰਾਫੀ ਆਫ ਪੰਜਾਬ ਦੀ ਜੇਕਰ ਗੱਲ ਕਰਾਂ ਤਾਂ ਹੁਣ ਇੱਥੋਂ ਕੁਐਸਚਨ ਬਹੁਤੇ ਜ਼ਿਆਦਾ ਨਹੀਂ ਪੁੱਛੇ ਜਾਂਦੇ, ਬਹੁਤ ਛੋਟਾ ਆਪਣਾ ਪੰਜਾਬ ਹੁਣ ਰਹਿ ਗਿਆ। ਸੋ ਇਸ ਕਰਕੇ ਥੋੜਾ ਬਹੁਤ ਹੀ ਪੜ੍ਹਨਾ ਪੈਂਦਾ, ਕੋਈ ਇਹਦੀ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ। ਸੋ ਫਿਜ਼ੀਕਲ ਫੀਚਰਸ ਹੋ ਗਏ, ਆਬਵੀਅਸ ਗੱਲ ਹੈ ਫਿਜ਼ੀਓਗ੍ਰਾਫੀ ਆਪਾਂ ਪੜਾਂਗੇ ਭਾਈ ਕਿਹੜੇ ਕਿਹੜੇ ਏਰੀਏ ਆ ਰਾਈਟ। ਕਲਾਈਮੇਟ ਆਪਣਾ ਰੇਨਫਾਲ ਵਗੈਰਾ ਹੋ ਗਿਆ, ਕਲਾਈਮੇਟ ਕਿਹੋ ਜਿਹਾ ਵੈਦਰ ਹੈ, ਕਿਹੋ ਜਿਹੀ ਰੇਨਫਾਲ ਹੈ, ਉਹੋ ਜਿਹਾ ਪੜ੍ਹ ਲਾਂਗੇ ਆਪਾਂ। ਸੋਇਲ ਕਿਹੜੀ ਇੰਪੋਰਟੈਂਟ ਹੈ ਐਗਰੀਕਲਚਰ ਦੇ ਨਾਲ ਪੁਆਇੰਟ ਆਫ ਵਿਊ ਤੋਂ ਕੁਝ ਪੜ੍ਹ ਲਾਂਗੇ ਆਪਾਂ। ਟਾਈਪਸ ਆਫ ਸੋਇਲਸ ਵਗੈਰਾ ਹੈ ਨਾ। ਸੋ ਐਗਰੋ ਕਲਾਈਮੇਟ ਜਿਹਨੂੰ ਬੇਸਿਕਲੀ ਕਹਿ ਦਿੰਦੇ ਆਪਾਂ। ਵਾਈਲਡ ਲਾਈਫ ਸੈਂਚੁਰੀਜ਼ ਇੰਪੋਰਟੈਂਟ ਜੋ ਪੰਜਾਬ ਦੇ ਵਿੱਚ ਹੈ, ਐਂਡ ਵੈਟਲੈਂਡਸ ਵਗੈਰਾ ਹੋ ਗਏ, ਜਾਂ ਫਿਰ ਰਾਮਸਰ ਸਾਈਟਸ ਵਗੈਰਾ ਜਿਹੜੀਆਂ ਹੈਗੀਆਂ ਉਹ ਪੁੱਛ ਲਿਆ ਜਾਂਦੀਆਂ। ਸੋ ਇਹ ਯਾਨੀ ਜਿਓਗ੍ਰਾਫੀ ਪੁਆਇੰਟ ਆਫ ਤੋਂ ਇੰਪੋਰਟੈਂਟ ਹੈ। ਹੋਰ ਇਸ ਤੋਂ ਇਲਾਵਾ ਪੜ੍ਹਨ ਦੀ ਲੋੜ ਨਹੀਂ, ਯਾਨੀ ਇੰਨਾ ਕੁ ਪੜ੍ਹ ਲਿਆ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ। ਤੇ ਇੱਕ ਇੱਥੇ ਹੋਰ ਐਡ ਕਰ ਲਓ ਜੋ ਰਹਿ ਗਿਆ, ਜੋ ਮੇਰੇ ਹੁਣ ਯਾਦ ਆ ਗਿਆ, ਫੋਰੈਸਟ ਰਾਈਟ। ਫੋਰੈਸਟ ਏਰੀਆ ਵਗੈਰਾ ਪੁੱਛ ਲਿਆ ਜਾਂਦਾ, ਸਭ ਤੋਂ ਜ਼ਿਆਦਾ ਏਰੀਆ ਕਿਹੜਾ ਕਵਰ ਕਰਦਾ, ਸਭ ਤੋਂ ਘੱਟ ਏਰੀਆ ਕਿਹੜਾ ਕਵਰ ਕਰਦਾ, ਕਿੰਨੇ % ਆ। ਸੋ ਥੋੜਾ ਬਹੁਤ ਹੀ ਹੈ, ਯਾਨੀ ਜ਼ਿਆਦਾਤਰ ਇਹਦੇ ਵਿੱਚ ਸਟੈਟਿਕ ਪੋਰਸ਼ਨ ਨਹੀਂ ਹੁੰਦਾ। ਸੋ ਇਹ ਤੁਸੀਂ ਯਾਨੀ ਕਿ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਰਾਈਟ। ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਇਕਨੋਮੀ ਆਫ ਪੰਜਾਬ, ਸੋ ਇਕਨੋਮੀ ਚਾਹੇ ਇੰਡੀਆ ਬੇਸਿਸ ਤੇ ਚਾਹੇ ਪੰਜਾਬ ਬੇਸਿਸ ਤੇ ਆ, ਪੰਜਾਬ ਦੇ ਐਗਜ਼ਾਮ ਦੇ ਵਿੱਚ ਬਹੁਤ ਘੱਟ ਪੁੱਛੀ ਜਾਂਦੀ ਆ, ਜ਼ਿਆਦਾ ਨਹੀਂ ਪੁੱਛਿਆ ਜਾਂਦਾ। ਜ਼ਿਆਦਾਤਰ ਜੇਕਰ ਪੁੱਛਿਆ ਵੀ ਜਾਊਗੇ ਤਾਂ ਇੰਡੀਆ ਦੇ ਬੇਸਿਸ ਤੇ ਕਰੰਟ ਅਫੇਅਰ ਦੇ ਨਾਲ ਰਿਲੇਟ ਹੋ ਕੇ ਪੁੱਛ ਲਿਆ ਜਾਂਦਾ। ਚਲੋ ਕਰ ਫਿਰ ਵੀ ਮੈਂ ਤੁਹਾਨੂੰ ਟੌਪਿਕ ਦੱਸੂਗਾ, ਜਾਂ ਇਹ ਕਹਿ ਲਓ ਵੀ ਜੋ ਆਪਾਂ ਪੜਾਂਗੇ ਉਹ ਜ਼ਰੂਰੀ ਹੈ। ਜਿਵੇਂ ਕਿ ਰੇਲਵੇ ਐਂਡ ਰੋਡ ਨੈਟਵਰਕ ਪੰਜਾਬ ਦਾ ਕਿੰਨਾ ਕੁ ਹੈ, ਪੰਜਾਬ ਬਜਟ, ਇਹ ਵੀ ਕਰੰਟ ਦੇ ਨਾਲ ਹੀ ਰਿਲੇਟਡ ਹੋ ਗਿਆ। ਪੋਪੂਲੇਸ਼ਨ ਹੋ ਗਿਆ, ਸੈਂਸਿਸ 2011 ਦੇ ਮੁਤਾਬਕ ਜੋ ਸੈਂਸਿਸ ਦੇ ਨਾਲ ਲਿਟਰੇਸੀ ਰੇਟ ਹੋ ਗਿਆ ਹੈ ਨਾ, ਮੇਲ ਪੋਪੂਲੇਸ਼ਨ ਕਿੰਨੀ ਹੈ, ਫੀਮੇਲ ਪੋਪੂਲੇਸ਼ਨ ਕਿੰਨੀ ਹੈ, ਸੈਕਸ ਰੇਸ਼ੋ ਵਗੈਰਾ, ਉਹ ਸਾਰਾ ਯਾਨੀ ਕਿ ਇਹਦੇ ਵਿੱਚ ਪੜ੍ਹ ਲਿਆ ਜਾਂਦਾ। ਇੰਪਲੋਇਮੈਂਟ ਵਗੈਰਾ ਹੋ ਗਿਆ, ਉਹ ਵੀ ਸਾਰਾ ਇਹਦੇ ਵਿੱਚ ਯਾਨੀ ਇਕਨੋਮੀ ਆਫ ਪੰਜਾਬ ਦੇ ਵਿੱਚ ਥੋੜਾ ਬਹੁਤ ਪੋਰਸ਼ਨ ਪੁੱਛਿਆ ਜਾ ਸਕਦਾ। ਸੋ ਯਾਨੀ ਆਪਾਂ ਨੂੰ ਪੜ੍ਹਨਾ ਪੈਣਾ। ਜੇਕਰ 20 ਦੇ ਵਿੱਚੋਂ 20 ਨੰਬਰ ਲੈਣੇ ਤਾਂ ਆਬਵੀਅਸ ਗੱਲ ਹੈ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਬਣਦੀਆਂ। ਤੇ ਇਸ ਤੋਂ ਇਲਾਵਾ ਜੋ ਹੁਣ ਸਭ ਤੋਂ ਇੰਪੋਰਟੈਂਟ ਆਊਗਾ, ਜਿਹਦੇ 4-5 ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਮਿਲਦੇ ਆ, ਉਹ ਐਡਮਿਨਿਸਟ੍ਰੇਸ਼ਨ ਹੈ, ਜਾਂ ਫਿਰ ਇਸ ਤੋਂ ਬਾਅਦ ਕਲਚਰ ਐਂਡ ਹੈਰੀਟੇਜ ਆਊਗਾ, ਆਰਟ ਐਂਡ ਕਲਚਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਟੇਟ ਸਿੰਬਲਸ ਹੋ ਗਏ ਜੋ ਇੰਪੋਰਟੈਂਟ ਬਣਦੇ ਆ, ਚਾਹੇ ਉਹ ਨੈਸ਼ਨਲ ਬਰਡ ਕਹਿ ਲਓ, ਯਾਨੀ ਸਟੇਟ ਬਰਡ ਕਹਿ ਲਓ, ਸਟੇਟ ਐਨੀਮਲ ਕਹਿ ਲਓ ਹੈ ਨਾ। ਸੋ ਬੇਸਿਕਲੀ ਇਹੋ ਜਿਹਾ ਕੁਝ ਪੁੱਛ ਲਿਆ ਜਾਂਦਾ। ਜਾਂ ਫਿਰ ਸਿੱਖੀਜ਼ਮ ਨੂੰ ਲੈ ਕੇ ਜੋ ਸਿੰਬਲਸ ਹੈ ਨਾ, ਸਿੱਖੀਜ਼ਮ ਦੇ ਵਿੱਚ ਜੋ ਸਿੰਬਲਸ ਆ ਬੇਸਿਕਲੀ ਉਹਨਾਂ ਤੋਂ ਕੁਐਸਚਨ ਪੁੱਛ ਲਏ ਜਾਂਦੇ ਆ। ਡਿਵੀਜ਼ਨ ਹੋ ਗਈਆਂ, ਕਿੰਨੀਆਂ ਡਿਵੀਜ਼ਨ ਆ, ਕਿਹੜੀ ਡਿਵੀਜ਼ਨ ਆ, ਕੀ ਗੱਲਬਾਤ ਹੈ, ਡਿਸਟ੍ਰਿਕਟ ਹੈ ਕਿਹੜੀ, ਕਦੋਂ ਬਣੀ ਹੈ, ਕੀ ਗੱਲਬਾਤ ਹੈ, ਕਿਹੜੇ ਜ਼ਿਲ੍ਹੇ ਕਿਹਦੇ ਵਿੱਚੋਂ ਨਿਕਲੇ ਆ, ਕਿਹੜੀ ਡਿਵੀਜ਼ਨ ਚੋਂ ਨਿਕਲੇ, ਇਹੋ ਜਿਹਾ ਕੁਐਸਚਨ ਪੁੱਛਦੇ ਆ। ਇਸ ਤੋਂ ਬਾਅਦ ਤਹਿਸੀਲ ਹੋ ਗਈਆਂ, ਸਬ ਤਹਿਸੀਲਸ ਹੋ ਗਈਆਂ, ਇਹ ਇੰਪੋਰਟੈਂਟ ਹੈ। ਵਿਧਾਨ ਸਭਾ, ਇਹ ਇੰਪੋਰਟੈਂਟ ਵਿਧਾਨ ਸਭਾ ਜੋ ਆਪਣਾ ਇਜਲਾਸ ਚੱਲਦਾ ਸੋ ਸਾਰਾ ਉਹ ਪੁੱਛਿਆ ਜਾ ਸਕਦਾ। ਗਵਰਨਰ ਹੋ ਗਿਆ, CM, ਮਿਨਿਸਟਰ, ਇਹ ਸਾਰਾ ਕੁਝ ਮਿਨਿਸਟਰੀਜ਼ ਵਗੈਰਾ ਸਾਰੀਆਂ ਇੰਪੋਰਟੈਂਟ ਬਣਦੀਆਂ, ਜੋ ਕਿ ਕਰੰਟ ਅਫੇਅਰ ਦੇ ਨਾਲ ਰਿਲੇਟ ਹੋ ਕੇ ਵੀ ਆ ਜਾਂਦਾ। ਤੇ ਵੈਸੇ ਵੀ ਆਪਾਂ ਨੂੰ ਸਾਰਿਆਂ ਦੇ ਪੋਰਟਫੋਲੀਓ ਵਗੈਰਾ ਯਾਦ ਕਰਨੇ ਪੈਂਦੇ ਕਿ ਕਿਹੜੀ ਮਿਨਿਸਟਰੀ ਆ ਭਾਈ, ਕਿਹਦੇ ਕੋਲ ਕਿਹੜਾ ਡਿਪਾਰਟਮੈਂਟ ਆ, ਕੀ ਕੰਮ ਸਰਕਾਰ ਦੇ ਵਿੱਚ ਹੁੰਦੇ ਆ, ਵਿਧਾਨ ਸਭਾ ਦੇ ਵਿੱਚ ਕਿੰਨੀਆਂ ਸੀਟਾਂ, ਕਿੰਨੀਆਂ ਲੋਕ ਸਭਾ ਦੇ ਵਿੱਚ ਆ। ਸੋ ਇਹੋ ਜਿਹਾ ਕੁਝ ਪੁੱਛਿਆ ਜਾ ਸਕਦਾ ਹੈ ਰਾਈਟ। ਸੋ ਇਹ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਗਿਆ। ਇੰਨੀ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਸਿਲੇਬਸ ਦੱਸ ਕੇ ਜਾ ਰਿਹਾ ਕਿ ਤੁਸੀਂ ਐਂ ਮੰਨ ਲਓ ਵੀ ਇਹ ਸਿਲੇਬਸ ਹਰ ਉਸ ਯਾਨੀ ਤੁਸੀਂ ਐਂ ਕਹ ਲਓ ਵੀ ਸਟੂਡੈਂਟ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਤਿਆਰੀ ਕਰਦਾ। ਮੇਰੇ ਹਿਸਾਬ ਦੇ ਨਾਲ ਜਿਵੇਂ ਆਪਾਂ UPSC ਦੀ ਤਿਆਰੀ ਕਰਦੇ ਆ, PPSC ਦੀ ਤਿਆਰੀ ਕਰਦੇ ਆ, ਸਿਵਲ ਸਰਵਿਸ ਦੀ ਤਿਆਰੀ ਕਰਦੇ ਆ, ਤਾਂ ਸਭ ਤੋਂ ਪਹਿਲਾਂ ਉੱਥੇ ਮੇਨ ਇੰਪੋਰਟੈਂਟ ਯਾਨੀ ਸਿਲੇਬਸ ਹੀ ਹੁੰਦਾ। ਜਿਹੜੇ ਬੱਚੇ ਦੇ ਸਿਲੇਬਸ ਹੀ ਯਾਦ ਨਹੀਂ ਤਾਂ ਬਸ ਐਂ ਕਹਿ ਲਓ ਵੀ ਉਹ ਪਹਿਲਾਂ ਹੀ ਪਿੱਛੇ ਚੱਲ ਰਿਹਾ। ਸੋ ਸਿਲੇਬਸ ਦਾ ਘੱਟੋ ਘੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਣੇ ਸਿਲੇਬਸ ਦੇ ਵਿੱਚ ਆਊਗਾ ਕੀ, ਫਿਰ ਉਸ ਤਰੀਕੇ ਦੇ ਨਾਲ ਬੱਚਾ ਮਿਹਨਤ ਕਰਦਾ ਵੀ ਹਾਂ ਮੇਰੇ ਆਹ ਟੌਪਿਕ ਰਹਿ ਗਏ ਤੇ ਆਹ ਟੌਪਿਕ ਮੈਂ ਕਰਨੇ ਆ। ਹੁਣ ਆਪਾਂ ਅੱਗੇ ਗੱਲ ਕਰੀਏ ਤਾਂ ਲੈਂਗੁਏਜ ਤੇ ਲਿਟਰੇਚਰ ਦੀ ਆਪਾਂ ਗੱਲ ਕਰਦੇ ਹਾਂ।
ਲੈਂਗੁਏਜ ਲਿਟਰੇਚਰ ਤੋਂ ਜਿਹੜਾ ਹੈਗਾ ਉਹ ਪੰਜਾਬੀ ਲੈਂਗੁਏਜ ਕਿਵੇਂ ਵਿਕਸਿਤ ਹੋਈ ਆ, ਕਿਵੇਂ ਇਵੋਲਵ ਹੋਈ ਆ। ਗੁਰਮੁਖੀ ਸਕ੍ਰਿਪਟ ਆ, ਉਸ ਤੋਂ ਬਾਅਦ ਪਪੂਲਰ ਗੁਰੂ ਅੰਗਦ ਦੇਵ ਜੀ ਦੁਆਰਾ, ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਇਹ ਇਵੋਲਵ ਹੁੰਦੀ ਰਹੀ ਆ। ਇਸ ਤੋਂ ਬਾਅਦ ਆ ਗਿਆ ਬੁੱਕਸ ਐਂਡ ਆਥਰ, ਜਿਹੜੇ ਇੰਪੋਰਟੈਂਟ ਬੁੱਕਸ ਆ, ਇੰਪੋਰਟੈਂਟ ਆਥਰਸ ਆ, ਚਾਹੇ ਉਹ ਸਿੱਖੀਜ਼ਮ ਦੇ ਨਾਲ ਰਿਲੇਟਡ ਹੈ, ਹਿਸਟਰੀ ਦੇ ਨਾਲ ਰਿਲੇਟਡ ਹੈ, ਚਾਹੇ ਕਿਸੇ ਇਕੋਨਮੀ ਦੇ ਨਾਲ ਰਿਲੇਟਡ ਹੈ, ਚਾਹੇ ਜਿਓਗ੍ਰਾਫੀਕਲ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਯਾਨੀ ਕਿ ਰਿਲੇਟਡ ਹੈ। ਸੋ ਉਹ ਸਾਰੀਆਂ ਬੁੱਕਸ ਐਂਡ ਆਥਰਸ ਇੰਪੋਰਟੈਂਟ ਬਣ ਜਾਂਦੇ ਆ। ਪੋਇਟਸ ਹੋ ਗਏ, ਨੋਵਲਿਸਟ ਹੋ ਗਏ, ਇਹ ਸਾਰਾ ਕੁਝ ਇੰਪੋਰਟੈਂਟ ਬਣੂਗਾ। ਇਸ ਤੋਂ ਬਾਅਦ ਪਲੇ ਰਾਈਟਰਸ ਹੋ ਗਏ ਜਾਂ ਫਿਰ ਆਪਾਂ ਸ਼ਾਰਟ ਸਟੋਰੀ ਰਾਈਟਰਸ। ਇੱਥੋਂ ਤੁਸੀਂ ਜੇਕਰ ਦੇਖੋਗੇ ਤਾਂ ਪਿਛਲੇ ਪੇਪਰਾਂ ਦੇ ਵਿੱਚ ਕੁਐਸਚਨ ਯਾਨੀ 2 ਤੋਂ 3 ਪੱਕਾ ਹੀ ਪੁੱਛੇ ਜਾਂਦੇ ਆ। ਸੋ ਜਵਾਕ ਇੱਥੇ ਉਲਝਦੇ ਆ ਕਿਉਂਕਿ ਇਹ ਬਹੁਤ ਸਟੂਡੈਂਟ ਘੱਟ ਪੜ੍ਹਦੇ ਆ, ਰਾਈਟ। ਸੋ 20 ਦੇ ਵਿੱਚੋਂ 20 ਲੈਣੇ ਆ ਤਾਂ ਓਬਵੀਅਸ ਗੱਲ ਹੈ ਇਹੋ ਜਿਹਾ ਕੁਝ ਪੜ੍ਹਨਾ ਪੈਣਾ ਪੂਰੀ ਡਿਟੇਲ ਦੇ ਵਿੱਚ। ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤਾਂ ਕਲਚਰ ਐਂਡ ਹੈਰੀਟੇਜ ਆਫ ਪੰਜਾਬ ਤੋਂ, ਸੋ ਇਹ ਤਾਂ ਹੋਰ ਵੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਕਿਉਂਕਿ ਫੇਅਰ ਐਂਡ ਫੈਸਟੀਵਲ ਵਗੈਰਾ ਜਿਹੜੇ ਹੈਗੇ ਉਹ ਬਹੁਤ ਇੰਪੋਰਟੈਂਟ ਬਣਦੇ। ਇਹ ਹੁਣ ਕਰੰਟ ਦੇ ਨਾਲ ਰਿਲੇਟਡ ਹੋ ਕੇ ਵੀ ਪੁੱਛਣ ਜਾਣ ਲੱਗ ਗਏ। ਜਿਵੇਂ ਹਾਲ ਹੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਬਾਬਾ ਬੁੱਢਾ ਜੀ ਹੈ ਨਾ, ਬੀੜ ਗੁਰਦੁਆਰਾ ਠੱਠਾ ਵਿਲੇਜ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ, ਉਹ ਜੋੜ ਮੇਲਾ ਲੱਗਿਆ। ਸੋ ਇਹੋ ਜਿਹਾ ਕੁਝ ਪੁੱਛਿਆ ਜਾ ਸਕਦਾ ਭਾਈ, ਜਿਹੜਾ ਕਿ ਮੈਂ ਪਿਛਲੇ ਪੰਜਾਬ ਜੀ ਕੇ ਜੋ ਤੁਸੀਂ ਪੰਜਾਬ ਕਰੰਟ ਫਿਰ ਮੈਂ YouTube ਤੇ ਕਰਾ ਰਿਹਾ ਤੁਸੀਂ ਦੇਖਦੇ ਹੋਵੋਗੇ, ਜੇ ਨਹੀਂ ਦੇਖਦੇ ਤਾਂ ਦੇਖਣ ਲੱਗ ਜਾਓ। ਫਿਰ ਸੇਮ ਰੂਰਲ 올림픽ਸ ਆ ਗਿਆ ਤੁਹਾਡਾ ਲੁਧਿਆਣਾ। ਇਸ ਤੋਂ ਬਾਅਦ ਫੋਕ ਡਾਂਸ ਹੋ ਗਏ, ਸੌਂਗਸ ਹੋ ਗਏ, ਇੰਸਟਰੂਮੈਂਟ ਹੋ ਗਏ, ਇਹ ਵੀ ਸਾਰਾ ਕੁਝ ਇੰਪੋਰਟੈਂਟ ਬਣਦਾ ਗਾ। ਫਿਰ ਆਪਾਂ ਆਰਟ ਐਂਡ ਕਲਚਰ ਦੇ ਨਾਲ ਜੋ ਇੰਪੋਰਟੈਂਟ ਆਰਟਿਸਟ ਹੈ ਉਹਨਾਂ ਤੋਂ ਇੰਪੋਰਟੈਂਟ ਯਾਨੀ ਕਿ ਪੁੱਛਿਆ ਜਾ ਸਕਦਾ। ਕਲਚਰ ਦੇ ਨਾਲ ਰਿਲੇਟਡ ਜੋ ਆਰਟਿਸਟ ਹੈ, ਸ਼ਿਵ ਕੁਮਾਰ ਬਟਾਲਵੀ ਆ, ਹੈ ਨਾ। ਸੋ ਬੇਸਿਕਲੀ ਯਾਨੀ ਜੋ ਬੇਸਿਕਲੀ ਕਲਚਰ ਦੇ ਨਾਲ ਰਿਲੇਟਡ ਕਹਿ ਲਓ ਜਾਂ ਹੈਰੀਟੇਜ ਪਰੰਪਰਾਵਾਂ ਦੇ ਨਾਲ ਰਿਲੇਟਡ ਕਹਿ ਲਓ, ਜਿਵੇਂ ਬਾਬਾ ਸ਼ੇਖ ਫਰੀਦ ਆ, ਜੋ ਉਹ ਵੀ ਬੇਸਿਕਲੀ ਸੂਫੀ ਐਂਡ ਸੰਤਸ ਵਗੈਰਾ ਜਿਹੜਾ ਹੈਗਾ ਉਹ ਵੀ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ। ਇਸ ਤੋਂ ਬਾਅਦ ਹੈਰੀਟੇਜ ਸਾਈਟਸ ਆ ਗਏ ਜੋ ਇੰਪੋਰਟੈਂਟ ਗੁਰਦੁਆਰਾ, ਇੰਪੋਰਟੈਂਟ ਟੈਂਪਲਸ ਆ, ਇੰਪੋਰਟੈਂਟ ਮੇਲੇ ਆ, ਫੈਸਟੀਵਲ, ਉਹ ਤਾਂ ਹੋ ਗਿਆ। ਸੋ ਇਹ ਸਾਰਾ ਕੁਝ ਬੇਸਿਕਲੀ ਪੁੱਛਿਆ ਜਾਂਦਾ ਹੈ। ਸੋ ਇਹ ਸਾਰਾ ਕੁਝ ਯਾਨੀ ਕਿ ਆਪਾਂ ਕਰਾਂਗੇ ਕਲਚਰ ਆਫ ਪੰਜਾਬ ਦੇ ਵਿੱਚ। ਸੋ ਪੰਜਾਬ ਦਾ ਹੀ ਤੁਹਾਨੂੰ ਮੈਂ ਇੰਨਾ ਜ਼ਿਆਦਾ ਸਿਲੇਬਸ ਦੱਸਤਾ। ਸੋ ਜੇਕਰ ਇੰਨਾ ਕੰਪਲੀਟ ਕਰ ਲਿਆ ਤਾਂ ਉਸ ਤੋਂ ਬਾਅਦ ਸਾਰਾ ਕੁਝ ਹੋ ਜਾਣਾ ਹੈ, ਰਾਈਟ। ਹੁਣ ਇਹ ਕੰਪਲੀਟ ਪੰਜਾਬ ਜੇਕਰ ਤੁਸੀਂ ਓਬਵੀਅਸ ਗੱਲ ਹੈ ਪੜ੍ਹਨਾ ਚਾਹੋਗੇ, ਜੇ ਤਾਂ ਮੇਰੇ ਤੋਂ ਪੜ੍ਹਨਾ ਤਾਂ ਓਬਵੀਅਸ ਗੱਲ ਹੈ ਤੁਸੀਂ ਐਪਲੀਕੇਸ਼ਨ ਕਰੋ ਇੰਸਟਾਲ, ਤੇ ਇਹ ਕੰਪਲੀਟ ਪੰਜਾਬ ਦਾ ਮੈਂ ਅਲੱਗ ਤੋਂ ਕੋਰਸ ਵੀ ਲਾਂਚ ਕੀਤਾ ਹੋਇਆ, ਰਾਈਟ। ਮੈਂ ਤਾਂ ਦੱਸ ਰਿਹਾ ਹੈਗਾ ਕਿਉਂਕਿ ਦੀਵਾਲੀ ਤੋਂ ਬਾਅਦ ਇਹ ਸਾਰੇ ਲੈਕਚਰ ਆ ਜਿਹੜੇ ਹੁਣ ਸਟਾਰਟ ਹੋ ਜਾਣਗੇ ਬਿਲਕੁਲ ਨਵੇਂ ਸਿਰੇ ਤੋਂ। ਜਿਵੇਂ ਮੈਂ ਆਲਰੇਡੀ ਆਨਲਾਈਨ ਦੇ ਵਿੱਚ ਇੰਨਾ ਪੜ੍ਹਾਇਆ, ਐਵੇਂ ਹੀ ਮੈਂ ਪਿਛਲੇ 4-5 ਮਹੀਨਿਆਂ ਤੋਂ ਆਫਲਾਈਨ ਦੇ ਵਿੱਚ ਵਰਕ ਕਰ ਰਿਹਾ ਸੀਗਾ। ਇਸ ਕਰਕੇ ਪਿਛਲੇ 4-5 ਮਹੀਨਿਆਂ ਤੋਂ ਮੈਂ ਕੋਈ ਆਨਲਾਈਨ ਦੇ ਵਿੱਚ ਜ਼ਿਆਦਾ ਗਤੀਵਿਧੀ ਨਹੀਂ ਕੀਤੀ। ਸੋ ਹੁਣ ਮੈਂ ਆਨਲਾਈਨ ਦੇ ਵਿੱਚ ਉਹ ਸਾਰਾ ਕੁਝ ਕਰਾਉਣਾ ਚਾਹੁੰਦਾ ਕਿਉਂਕਿ ਆਫਲਾਈਨ ਦੇ ਵਿੱਚ ਉਹਦਾ ਐਂ ਕਹਿ ਲਓ ਵੀ ਬਹੁਤ ਵਧੀਆ ਇੰਪਰੂਵਮੈਂਟ, ਬਹੁਤ ਵਧੀਆ ਤਗੜੇ ਤਰੀਕੇ ਦੇ ਨਾਲ ਜਵਾਕਾਂ ਨੇ ਇੰਪਰੂਵਮੈਂਟ ਕੀਤੀ ਆ। ਸੋ ਸਾਰਾ ਕੁਝ ਮੈਂ ਹੁਣ ਮੈਨੂੰ ਆਇਆ ਵੀ ਆਫਲਾਈਨ ਦੇ ਵਿੱਚ ਜਦੋਂ ਇੰਨੀਆਂ ਕਾਮਯਾਬ ਚੀਜ਼ਾਂ ਹੋ ਗਈਆਂ ਤੇ ਆਨਲਾਈਨ ਜਿਹੜੇ ਸਟੂਡੈਂਟ ਦੂਰ ਦੂਰ ਬੈਠੇ ਆ ਉਹ ਵੀ ਇਹਨਾਂ ਚੀਜ਼ਾਂ ਨੂੰ ਕਰਕੇ ਵਧੀਆ ਤੋਂ ਵਧੀਆ ਨੰਬਰ ਲਿਜਾ ਸਕਦੇ ਆ, ਰਾਈਟ। ਸੋ ਜੇਕਰ ਮੈਂ ਇਹਦੀਆਂ ਸਾਰੀਆਂ ਗੱਲਾਂ ਬਾਤਾਂ ਦੱਸਾਂ ਤਾਂ ਜਿਵੇਂ ਐਪਲੀਕੇਸ਼ਨ ਜਦੋਂ ਤੁਸੀਂ ਇੰਸਟਾਲ ਕਰੋਗੇ ਫੋਨ ਦੇ ਵਿੱਚ ਜਾਂ ਵੈਬਸਾਈਟ ਤੇ ਜਾਓਗੇ ਉਹ ਮੈਂ ਸਾਰਾ ਦੱਸ ਦਿੰਦਾ। ਤਾਂ ਐਵੇਂ ਕੋਰਸ ਪਏ ਆ, ਜਿਵੇਂ ਐਕਸਾਈਜ਼ ਇੰਸਪੈਕਟਰ ਹੈ, ਕੰਪਲੀਟ ਮੈਥ ਆ, ਪੰਜਾਬ ਜੀਕੇ ਹੈ, SSSB। ਤਾਂ ਜੇ ਤੁਸੀਂ ਕੱਲੀ ਪੰਜਾਬ ਜੀਕੇ ਜੇ ਕਰਨਾ ਚਾਹੁੰਦੇ ਤਾਂ ਕੰਪਲੀਟ ਪੰਜਾਬ ਜੀਕੇ ਦਾ ਕੋਰਸ ਆ ਪਿਆ, ਰਾਈਟ। ਇਸੇ ਤਰੀਕੇ ਦੇ ਨਾਲ ਕੰਪਲੀਟ SSSB ਜੀਕੇ ਜੋ ਜਿਹਦੇ ਵਿੱਚ ਪੰਜਾਬ ਜੀਕੇ ਤਾਂ ਹੋਣੀ ਹੀ ਹੋਣੀ ਆ ਤੇ ਤੁਹਾਡਾ ਜਿਹੜਾ ਬੇਸਿਕਲੀ ਸਾਰਾ ਪੋਰਸ਼ਨ ਹੈ ਜਿਹੜਾ ਉਹ ਹੋਣਾ ਹੀ ਹੋਣਾ, ਰਾਈਟ। ਜਿਹੜਾ ਮਤਲਬ ਮੈਂ ਹੁਣ ਦੱਸ ਰਿਹਾ ਪੰਜਾਬ ਜੀਕੇ ਦੇ ਨਾਲ ਹਿਸਟਰੀ ਵਗੈਰਾ, ਪੋਲਿਟੀ ਵਗੈਰਾ, ਉਹ ਸਾਰਾ ਕੁਝ ਹੋਣਾ। ਤਾਂ ਬੇਸਿਕਲੀ ਇਹ ਸਾਰਾ ਤੁਸੀਂ ਜੇਕਰ ਕਰਨਾ ਚਾਹੁੰਦੇ ਤਾਂ ਮੇਰਾ ਤਾਂ ਦੱਸਣਾ ਫਰਜ਼ ਹੈ, ਬਾਕੀ ਤੁਸੀਂ ਜਿੱਥੋਂ ਵੀ ਕਰਦੇ ਹੋ ਉੱਥੋਂ ਕਰੋ। ਮੇਰਾ ਦੱਸਣਾ ਫਰਜ਼ ਹੈ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਲਾਂਚ ਕੀਤਾ। ਸੋ ਜੇਕਰ ਕਰਨਾ ਚਾਹੁੰਦੇ ਤਾਂ ਡਿਟੇਲ ਦੇ ਵਿੱਚ ਸਾਰਾ ਕੁਝ ਤੁਹਾਨੂੰ ਇਹ ਕਰਵਾਇਆ ਜਾਊਗਾ, ਰਾਈਟ ਹੈ। ਤੇ ਜੇਕਰ ਤੁਸੀਂ ਵੈਬਸਾਈਟ ਖੋਲ੍ਹਣਾ ਚਾਹੁੰਦੇ ਤਾਂ web.raceacademyofficial.com ਤੁਸੀਂ ਇੱਥੇ ਜਾ ਕੇ ਵੀ ਲੌਗਇਨ ਕਰ ਸਕਦੇ ਹੋ। ਇੱਥੇ ਜਾ ਕੇ ਵੀ ਤੁਹਾਨੂੰ ਸਾਰੇ ਮਿਲ ਜਾਣਗੇ। ਆਹ ਮੇਰਾ ਨੰਬਰ ਹੈ ਜੇਕਰ ਤੁਸੀਂ ਕਾਲ ਵਗੈਰਾ ਕਰਨਾ ਚਾਹੁੰਦੇ ਹੋ ਜਾਂ WhatsApp ਤੇ ਮੈਸੇਜ ਕਰਨਾ ਚਾਹੁੰਦੇ ਹੋ, 7986906566, ਰਾਈਟ ਹੋ ਗਿਆ। ਸੋ ਚਲੋ ਆਪਾਂ ਕੰਪਲੀਟ ਪੰਜਾਬ ਜੀਕੇ ਤੋਂ ਬਾਅਦ ਹੁਣ ਆਪਾਂ ਆਉਣੇ ਇੰਡੀਅਨ ਹਿਸਟਰੀ ਤੇ। ਸੋ ਇੰਡੀਅਨ ਹਿਸਟਰੀ ਦੇ ਵਿੱਚ ਵੀ ਜੇਕਰ ਮੈਂ ਬ੍ਰੌਡ ਵੇ ਦੇ ਨਾਲ ਦੱਸਾਂ ਤਾਂ ਐਂਸ਼ੀਅੰਟ ਹਿਸਟਰੀ ਹੈ, ਮੀਡੀਵਲ ਹਿਸਟਰੀ ਹੈ ਤੇ ਮਾਡਰਨ ਹਿਸਟਰੀ ਹੈ। ਹਾਲਾਂਕਿ ਇਹਦਾ ਸਿਲੇਬਸ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿਉਂਕਿ ਲਗਭਗ ਜ਼ਿਆਦਾ ਸਟੂਡੈਂਟ ਇਹੀ ਪੜ੍ਹ ਕੇ ਜਾਂਦੇ ਆ, ਰਾਈਟ। ਬਟ ਅੱਜ ਕੱਲ੍ਹ ਬੜਾ ਰਿਸਕ ਹੋਣ ਲੱਗ ਗਿਆ, ਕਈ ਵਾਰੀ ਹਿਸਟਰੀ ਤੋਂ ਕੁਐਸਚਨ ਬਹੁਤ ਘੱਟ ਮਿਲਦੇ ਆ ਤੇ ਜਾਂ ਫਿਰ ਇੰਨੇ ਸੌਖੇ ਮਿਲ ਜਾਂਦੇ ਜਿਹੜੇ ਕਿ ਲਗਭਗ ਸਾਰਿਆਂ ਨੂੰ ਹੀ ਆਉਂਦੇ ਹੁੰਦੇ ਆ ਤੇ ਜਿਹੜਾ ਔਖਾ ਹੁੰਦਾ ਬਸ ਉੱਥੇ ਜਵਾਕ ਅੜ ਜਾਂਦਾ। ਤਾਂ ਜਦੋਂ ਆਪਾਂ ਇਸ ਪੋਰਸ਼ਨ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ ਐਂਸ਼ੀਅੰਟ ਹਿਸਟਰੀ ਦੀ ਗੱਲ ਕਰਦਾ। ਐਂਸ਼ੀਅੰਟ ਹਿਸਟਰੀ ਤੋਂ ਕੁਐਸਚਨ ਬਹੁਤ ਘੱਟ ਪੁੱਛੇ ਜਾਂਦੇ ਆ, ਪਰ ਜਿੱਥੋਂ ਪੁੱਛੇ ਜਾਂਦੇ ਆ ਉਹ ਏਰੀਆ ਬਹੁਤ ਥੋੜਾ ਗਾ। ਉਹ ਏਰੀਆ ਕਿਹੜਾ ਜਿਵੇਂ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਸਾਰੇ ਪੜ੍ਹਦੇ ਆ, ਵੈਦਿਕ ਏਜ ਹੋ ਗਿਆ ਕਾਫੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਮਗਧ ਤੇ ਮੌਰੀਅਨਸ ਕਾਫੀ ਘੱਟ ਪੋਰਸ਼ਨ ਇੱਥੋਂ ਪੁੱਛਿਆ ਜਾਂਦਾ ਬਟ ਪੜ੍ਹਨਾ ਪਊਗਾ। ਫਿਰ ਜੈਨਿਜ਼ਮ ਤੇ ਬੁੱਧਿਜ਼ਮ ਤੋਂ ਕੁਐਸਚਨ ਪੱਕਾ ਪੁੱਛ ਲਿਆ ਜਾਂਦਾ ਹੈਗਾ। ਗੁਪਤਾ ਹੋ ਗਿਆ ਜਾਂ ਵਰਧਨਾ ਹੋ ਗਿਆ, ਜਿਹੜਾ ਹਰਸ਼ਵਰਧਨ ਵਗੈਰਾ ਤੋਂ ਕੁਐਸਚਨ ਪੁੱਛ ਲਿਆ ਜਾਂਦਾ, ਜਾਂ ਫਿਰ ਪੋਸਟ ਗੁਪਤਾ ਇਰਾ ਆ ਜਾਂਦਾ।
ਸੋ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਬਣਦੀਆਂ, ਯਾਨੀ ਐਂਸ਼ੀਅੰਟ ਹਿਸਟਰੀ ਦੇ ਵਿੱਚ ਤੁਸੀਂ ਆਹ ਜਿਹੜੇ ਟੌਪਿਕ ਆ ਬਸ ਇਹ ਹੀ ਪੜ੍ਹ ਕੇ ਜਾਣੇ ਆ। ਪਰ ਇਹਨੂੰ ਜੇਕਰ ਥੋੜਾ ਜਿਹਾ ਵਧੀਆ ਤਰੀਕੇ ਨਾਲ ਪੜ੍ਹ ਜਾਓਗੇ, ਕੁਐਸਚਨ ਕਰ ਜਾਓਗੇ, ਮਲਟੀਪਲ ਚੋਇਸ ਕੁਐਸਚਨ, ਕਿਉਂਕਿ ਮੈਂ ਇਕੱਲੇ ਨੂੰ ਪੜ੍ਹਾਊਂਗਾ ਵੀ, ਇਕੱਲਾ ਕੁਐਸਚਨ ਵੀ ਕਰਾਊਂਗਾ ਹਰ ਇੱਕ ਟੌਪਿਕ ਤੋਂ ਪੂਰੀ ਡਿਟੇਲ ਦੇ ਵਿੱਚ ਇੰਨਾ ਕੁਝ ਪੜ੍ਹਾ ਦੂੰਗਾ ਵੀ ਜੇ ਤੁਸੀਂ ਕੱਲੀ ਚੀਜ਼ ਨੂੰ ਨਾਲ ਕਰੀ ਗਏ, ਇਕੱਠਾ ਕਰੋਗੇ ਫਿਰ ਕੋਈ ਫਾਇਦਾ ਨਹੀਂ। ਹੁਣ ਮੈਂ ਨਾਲ ਕਰਾਊਂਗਾ, ਨਾਲ ਕਰੋਗੇ ਤਾਂ ਸਭ ਤੋਂ ਵਧੀਆ ਰਹੋਗੇ, ਰਾਈਟ। ਇਸ ਤੋਂ ਬਾਅਦ ਆ ਗਿਆ ਜੀ ਮਡੀਵਲ ਹਿਸਟਰੀ। ਤਾਂ ਮਡੀਵਲ ਹਿਸਟਰੀ ਦੇ ਵਿੱਚ ਕੀ ਕੁਛ ਹੈ? ਮਡੀਵਲ ਹਿਸਟਰੀ ਦੇ ਵਿੱਚ ਦਿੱਲੀ ਸਲਤਨਤ, ਇਹ ਜੇ ਵੈਸੇ ਹੀ ਤੁਸੀਂ ਦੇਖਣਾ ਚਾਹੁੰਦੇ ਤਾਂ ਮੈਂ YouTube ਤੇ ਕਰਾ ਰੱਖਿਆ, ਇੱਕ ਪੂਰਾ ਮੈਗਾ ਸੈਸ਼ਨ ਲਾ ਰੱਖਿਆ, ਦਿੱਲੀ ਸਲਤਨਤ ਦੇਖ ਲਓ। ਇਸੇ ਤਰੀਕੇ ਦੇ ਨਾਲ ਮੁਗਲ ਤੇ ਵੀ ਮੈਂ ਮੈਗਾ ਸੈਸ਼ਨ ਲਾ ਰੱਖਿਆ, ਤੁਸੀਂ YouTube ਤੇ ਦੇਖ ਸਕਦੇ ਹੋ। ਪੂਰਾ ਮੁਗਲ ਐਮਪਾਇਰ ਮੈਂ ਮੈਗਾ ਸੈਸ਼ਨ ਦੇ ਥਰੂ ਪੜਾਇਆ ਹੋਇਆ, ਦੇਖ ਸਕਦੇ ਹੋ। ਫਿਰ ਆ ਗਿਆ ਉਸ ਤੋਂ ਬਾਅਦ ਮਰਾਠਾ, ਤੇ ਫਿਰ ਉਸ ਤੋਂ ਬਾਅਦ ਭਗਤੀ ਮੂਵਮੈਂਟ। ਸੋ ਇਹ ਬੇਸਿਕਲੀ ਮਡੀਵਲ ਹਿਸਟਰੀ ਦਾ ਪੋਰਸ਼ਨ ਹੈ। 4 ਹੀ ਟੌਪਿਕ ਆ, ਬਸ 4 ਟੌਪਿਕ ਪੜ੍ਹ ਜਾਓ, ਤੁਹਾਡਾ ਮਡੀਵਲ ਹਿਸਟਰੀ ਤੋਂ ਕੋਈ ਵੀ ਕੁਐਸਚਨ ਨਹੀਂ ਰੁਕੇਗਾ। ਮਾਡਰਨ ਹਿਸਟਰੀ ਸਭ ਤੋਂ ਵੱਡਾ ਪੋਰਸ਼ਨ ਹੈ। ਤਾਂ ਮਾਡਰਨ ਹਿਸਟਰੀ ਦੇ ਵਿੱਚ ਐਂ ਕਹਿ ਲਓ ਵੀ ਜ਼ਿਆਦਾਤਰ ਸਟੂਡੈਂਟ ਨੂੰ ਆਉਂਦਾ ਵੀ ਹੈ, ਜਾਂ ਐਂ ਕਹਿ ਲਓ ਵੀ ਜ਼ਿਆਦਾਤਰ ਸਟੂਡੈਂਟ ਇਹਦੇ ਵਿੱਚ ਮਗਨ ਹੋ ਜਾਂਦੇ, ਯਾਨੀ ਐਂ ਕਹਿ ਲਓ ਵੀ ਇੰਟਰਸਟ ਬਣ ਜਾਂਦਾ, ਕਿਉਂਕਿ ਓਬਵੀਅਸ ਗੱਲ ਹੈ ਇਹ ਲੇਟੈਸਟ ਹੈ। ਤਾਂ EIC ਯਾਨੀ ਈਸਟ ਇੰਡੀਆ ਕੰਪਨੀ ਜਿੰਨੀਆਂ ਵੀ ਆਈਆਂ ਉਹ ਸਾਰੀਆਂ ਪੜ੍ਹਨੀਆਂ ਪੈਣਗੀਆਂ। ਫਿਰ ਜਿੰਨੀਆਂ ਵੀ ਫਰੀडम ਸਟਰਗਲ ਆ ਉਹ ਸਾਰੀਆਂ ਪੜ੍ਹਨੀਆਂ ਪੈਣਗੀਆਂ। ਇਸ ਫਰੀडम ਸਟਰਗਲ ਦੇ ਵਿੱਚ ਸੋਸ਼ਲ ਰਿਲੀਜੀਅਸ ਮੂਵਮੈਂਟਸ ਵੀ ਆ ਜਾਂਦੀਆਂ, ਜਾਂ ਫਿਰ ਬਹੁਤ ਸਾਰੀਆਂ ਗਤੀਵਿਧੀਆਂ ਐਸੀਆਂ ਆ ਜਾਣਗੀਆਂ ਜਿਹੜੇ ਤੁਹਾਨੂੰ, ਜਿਵੇਂ INC ਹੋ ਗਿਆ, ਇੰਡੀਅਨ ਨੈਸ਼ਨਲ ਕਾਂਗਰਸ ਹੈ, ਜਾਂ ਇਹ ਬਹੁਤ ਕੁਝ ਯਾਨੀ ਕਿ ਤੁਹਾਨੂੰ ਪੜ੍ਹਨਾ ਪਊਗਾ। ਯਾਨੀ ਫਰੀडम ਸਟਰਗਲ ਹੈ, ਇਹ ਮਾਡਰਨ ਹਿਸਟਰੀ ਦਾ ਸਿਲੇਬਸ ਆਲਮੋਸਟ ਸਾਰਿਆਂ ਨੂੰ ਪਤਾ ਹੀ ਹੁੰਦਾ। 1857 ਤੋਂ ਲੈ ਕੇ ਫਿਰ ਉਸ ਤੋਂ ਬਾਅਦ ਚਾਹੇ ਫਿਰ ਆਪਾਂ 1885 ਦੀ ਗੱਲ ਕਰ ਲਈ, ਫਿਰ 1905 ਦੀ ਗੱਲ ਕਰ ਲਈ, ਚਾਹੇ ਫਿਰ 7 ਦੀ ਗੱਲ ਕਰ ਲਈ, ਚਾਹੇ 11 ਦੀ ਗੱਲ ਕਰ ਲਈਏ, ਚਾਹੇ 16 ਦੀ ਗੱਲ ਕਰ ਲਈਏ, 17 ਦੀ ਗੱਲ ਕਰ ਲਈਏ, 19 ਦੀ ਗੱਲ ਕਰ ਲਈਏ, 18, 19, 20 ਦੀ ਗੱਲ ਕਰ ਲਈਏ, 21 ਦੀ ਗੱਲ ਕਰ ਲਈਏ, 22 ਦੀ ਗੱਲ ਕਰ ਲਈਏ, 23, ਫਿਰ 25, 24, 25 ਹੋ ਗਿਆ, ਫਿਰ 27 ਹੋ ਗਿਆ, 28 ਹੋ ਗਿਆ, 29, 30, 31 ਹੋ ਗਿਆ। ਇਹ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਜੇਕਰ ਮੈਂ 29, 30, 31 ਬੋਲਿਆ ਕਿਉਂ ਬੋਲਿਆ, 32 ਕਿਉਂ ਬੋਲਿਆ, 1935 ਕਿਉਂ ਬੋਲਿਆ, 1938 ਕਿਉਂ ਬੋਲਿਆ, 1939 ਕਿਉਂ ਬੋਲਿਆ, 1940 ਕਿਉਂ ਬੋਲਿਆ, 42 ਕਿਉਂ ਬੋਲਿਆ, 46 ਕਿਉਂ ਬੋਲ ਰਿਹਾ, 44 ਕਿਉਂ ਬੋਲਿਆ, 45 ਕਿਉਂ ਬੋਲਿਆ, 47 ਕਿਉਂ ਬੋਲਿਆ, ਰਾਈਟ। ਸੋ ਇਹ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਕਿਉਂਕਿ ਤੁਸੀਂ ਆਪ ਬਹੁਤ ਜਾਣੇ ਨੇ ਪੜ੍ਹਿਆ ਹੋਊਗਾ। ਤੇ ਜੇ ਨਹੀਂ ਪਤਾ ਲੱਗ ਰਿਹਾ ਫਿਰ ਇਹ ਪੜ੍ਹਨਾ ਪੈਣਾ, ਕਿਉਂਕਿ 1947 ਜੇਕਰ ਮੈਂ ਬੋਲੂੰਗਾ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਹਾਂਜੀ ਇਹ ਤਾਂ ਪਾਰਟੀਸ਼ਨ ਦੀ ਗੱਲ ਹੋ ਰਹੀ ਹੈ। ਤਾਂ ਇਸੇ ਤਰੀਕੇ ਨਾਲ 46 ਦਾ ਵੀ ਪਤਾ ਲੱਗਣਾ ਚਾਹੀਦਾ, ਇਸੇ ਤਰੀਕੇ ਨਾਲ 45 ਦਾ ਵੀ ਪਤਾ ਲੱਗਣਾ ਚਾਹੀਦਾ, 42 ਦਾ ਵੀ ਪਤਾ ਲੱਗਣਾ ਚਾਹੀਦਾ, 39, 40 ਦਾ ਵੀ ਪਤਾ ਲੱਗਣਾ ਚਾਹੀਦਾ, ਹੈ ਨਾ। ਸੋ ਇਹ ਮਾਡਰਨ ਹਿਸਟਰੀ ਦਾ ਬੇਸਿਕਲੀ ਇੱਕ ਪੋਰਸ਼ਨ ਹੈ ਜਿਹੜਾ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ। ਇੱਥੋਂ ਵੀ ਕੁਐਸਚਨ ਪੁੱਛੇ ਜਾਂਦੇ ਆ, ਫੇਮਸ ਪਰਸਨੈਲਿਟੀਜ਼ ਵਗੈਰਾ ਹੋ ਗਈਆਂ, ਉਹ ਸਾਰਾ ਕੁਝ ਇਹਦੇ ਵਿੱਚ ਆਊਗਾ। ਸੋ ਇਹ ਇੱਕ ਤਰੀਕੇ ਦਾ ਤੁਹਾਡਾ ਹਿਸਟਰੀ ਦਾ ਪੋਰਸ਼ਨ ਹੈ ਜਿਹਦੇ ਵਿੱਚ ਐਂਸ਼ੀਅੰਟ ਹਿਸਟਰੀ, ਮੀਡੀਵਲ ਹਿਸਟਰੀ ਤੇ ਮਾਡਰਨ ਹਿਸਟਰੀ ਤੁਹਾਨੂੰ ਪੜ੍ਹਨੀ ਹੀ ਪੈਣੀ ਹੈ ਜੇਕਰ ਕੁਐਸਚਨ ਯਾਨੀ ਜੇਕਰ ਨੰਬਰ ਪੂਰੇ ਲੈਣੇ ਆ, ਰਾਈਟ ਹੈ। ਇਸ ਤੋਂ ਬਾਅਦ ਜੇਕਰ ਮੈਂ ਇੰਡੀਅਨ ਹਿਸਟਰੀ ਤੋਂ ਬਾਅਦ ਗੱਲ ਕਰਾਂ ਤਾਂ ਥੋੜਾ ਬਹੁਤ ਆਪਾਂ ਨੂੰ ਵਰਲਡ ਹਿਸਟਰੀ ਤੋਂ ਪੜ੍ਹਨਾ ਪਊਗਾ। ਵਰਲਡ ਹਿਸਟਰੀ ਤੁਹਾਨੂੰ ਬਹੁਤ ਜ਼ਿਆਦਾ ਵਾਸਟ ਪੜ੍ਹਨ ਦੀ ਲੋੜ ਨਹੀਂ, ਜਸਟ ਐਂ ਕਹਿ ਲਓ ਵੀ ਇੱਕ ਪੇਜ ਬਸ, ਜਿੱਥੋਂ ਕੁਐਸਚਨ ਪੱਕਾ ਪੁੱਛਿਆ ਜਾਂਦਾ, ਜਿਵੇਂ ਕਿ ਫਸਟ ਵਰਲਡ ਵਾਰ ਦੇ ਵਿੱਚ ਕਿਹੜੀਆਂ ਕੰਟਰੀ ਸੀਗੀਆਂ, ਕਿਹਨਾਂ ਵਿਚਕਾਰ ਹੋਈ ਆ, ਕਿਹਦੀ ਜਿੱਤ ਹੋਈ ਆ, ਕੀ ਇਹਨਾਂ ਦੀ ਸਟੋਰੀ ਸੀ, ਬਸ ਥੋੜਾ ਬਹੁਤ ਉਹ ਜਾਣਨਾ ਜ਼ਰੂਰੀ ਆ। ਸੇਮ ਤੁਹਾਡਾ ਸੈਕੰਡ ਵਰਲਡ ਵਾਰ ਹੈ, ਉਹ ਜਾਣਨਾ ਜ਼ਰੂਰੀ ਹੈ, ਕੀ ਇਹਨਾਂ ਦੋਨਾਂ ਦਾ ਇੰਪੈਕਟ ਰਿਹਾ, ਇਸ ਤੋਂ ਬਾਅਦ ਕੀ ਕੁਝ ਹੋਇਆ, ਉਹ ਵੀ ਚੀਜ਼ਾਂ ਇੰਪੋਰਟੈਂਟ ਬਣ ਜਾਂਦੀਆਂ। ਜਿਵੇਂ UNO ਬਣੀ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ, ਫਸਟ ਵਰਲਡ ਵਾਰ ਤੋਂ ਬਾਅਦ ਇਹੋ ਜਿਹਾ ਕੀ ਬਣਿਆ ਸੀ ਕਿ ਭਾਈ ਕੰਟਰੀ ਹੁਣ ਕਹਿੰਦੇ ਵੀ ਅਸੀਂ ਪੀਸ ਬਣਾ ਕੇ ਰੱਖਾਂਗੇ, ਉਹੋ ਜਿਹਾ ਕੁਝ ਵੀ ਯਾਨੀ ਕਿ ਇੱਥੇ ਆ ਜਾਂਦਾਗਾ। ਫਿਰ ਇਸੇ ਤਰੀਕੇ ਨਾਲ ਫ੍ਰੈਂਚ ਰੈਵੋਲੂਸ਼ਨ ਕਦੋਂ ਹੋਈ, ਰਸ਼ੀਅਨ ਰੈਵੋਲੂਸ਼ਨ ਕਦੋਂ ਹੋਈ, ਕਿਉਂ ਹੋਈ, ਕੀ ਇੰਪੈਕਟ ਨਿਕਲੇ, ਬਸ ਇੰਨਾ ਕੀ ਇੰਪੋਰਟੈਂਟ ਬਣਦਾ। ਇੰਨਾ ਕੁ ਤੁਸੀਂ ਵਰਲਡ ਹਿਸਟਰੀ ਦੇ ਵਿੱਚ ਪੜ੍ਹ ਕੇ ਜਾਣਾ, ਕਿਉਂਕਿ ਇੱਥੋਂ ਕੁਐਸਚਨ ਵੀ ਪੁੱਛ ਲਏ ਜਾਂਦੇ ਆ, ਹੋਰ ਇਦੋਂ ਵੱਧ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਇਹ ਮੈਂ ਸਿਰਫ SSSB ਬੇਸਿਸ ਤੇ ਦੱਸ ਰਿਹਾ, PPSC ਬੇਸਿਸ ਤੇ ਨਹੀਂ ਦੱਸ ਰਿਹਾ। ਜੇਕਰ PPSC ਦੀ ਤਿਆਰੀ ਕਰਨੀ ਹੈ ਫਿਰ ਉਹਦੇ ਵਿੱਚ ਇਹ ਡਿਟੇਲਾਂ ਪੜ੍ਹਨੀਆਂ ਪੈਣਗੀਆਂ। ਇਸ ਤੋਂ ਬਾਅਦ ਜੇਕਰ ਮੈਂ ਹੁਣ ਪੋਲਿਟੀ ਦੀ ਗੱਲ ਕਰਾਂ ਤਾਂ ਪੋਲਿਟੀ ਵੀ ਲਗਭਗ 99% ਸਟੂਡੈਂਟ ਪੜ੍ਹ ਕੇ ਜਾਂਦੇ ਆ, ਕਿਉਂਕਿ ਪੋਲਿਟੀ ਇੰਨੀ ਜ਼ਿਆਦਾ ਸੌਖੀ ਲੱਗਣ ਲੱਗ ਜਾਂਦੀ ਹੈ ਜਦੋਂ ਤੁਸੀਂ 4-5 ਵਾਰੀ ਪੜ੍ਹੋਗੇ, ਇਹ ਵੀ ਯੂਜ਼ ਟੂ ਹੋ ਜਾਓਗੇ। ਪਰ ਜੇ ਥੋੜੀ ਬਹੁਤ ਪੋਲਿਟੀ ਔਖੀ ਆ ਜੇ, ਸਟੈਟਿਕ ਪੋਰਸ਼ਨ ਤੋਂ ਆ ਜੇ, ਫਿਰ ਇੱਥੋਂ ਵੀ ਬਹੁਤ ਜਾਣੇ ਮਾਰ ਖਾ ਜਾਂਦੇ ਆ। ਵੈਸੇ ਜੇਕਰ ਤੁਸੀਂ ਪੋਲਿਟੀ ਮੇਰੀ ਵੈਸੇ ਹੀ ਦੇਖਣਾ ਚਾਹੁੰਦੇ ਤਾਂ ਪਲੇਲਿਸਟ ਵਿੱਚ ਜਾਓ, ਪੋਲਿਟੀ ਦੇ 4 ਲੈਕਚਰ ਪਏ ਆ, ਇੱਕ MCQ ਦੇ ਥਰੂ ਮੈਂ ਕੰਪਲੀਟ ਕਰਵਾਈ ਹੋਈ ਆ, ਇੱਕ ਥੋੜਾ ਬਹੁਤ ਥਿਓਰੈਟੀਕਲ ਪੋਰਸ਼ਨ ਨੂੰ ਲੈ ਕੇ ਕੰਪਲੀਟ ਕਰਵਾਈ ਹੋਈ ਆ, ਇੱਕ ਪਾਰਟਸ ਐਂਡ ਸ਼ਡਿਊਲ ਨੂੰ ਲੈ ਕੇ ਕੰਪਲੀਟ ਕਰਵਾਈ ਹੋਈ ਆ, ਇੱਕ ਇੰਪੋਰਟੈਂਟ ਆਰਟੀਕਲਸ ਨੂੰ ਲੈ ਕੇ ਮੈਂ ਕੰਪਲੀਟ ਕਰਵਾਈ ਹੋਈ ਆ। ਸੋ ਬੇਸਿਕਲੀ ਪੋਲਿਟੀ ਦੇ 4 ਲੈਕਚਰ ਜੇਕਰ ਤੁਸੀਂ ਮੈਗਾ ਸੈਸ਼ਨ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ, ਉਹ ਸਾਰੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਪਲੇਲਿਸਟ ਦੇ ਵਿੱਚ ਲਿੰਕ ਮਿਲ ਜਾਣਗੇ, ਰਾਈਟ ਆ। ਬਟ ਫਿਰ ਵੀ ਮੈਂ ਤੁਹਾਨੂੰ ਸਿਲੇਬਸ ਇੱਥੇ ਸਾਰਾ ਦੱਸੂਗਾ। ਸੋ ਕੌਂਸਟੀਟਿਊਸ਼ਨਲ ਡਿਵੈਲਪਮੈਂਟ, ਕੌਂਸਟੀਟਿਊਸ਼ਨਲ ਪਹਿਲੀ ਗੱਲ ਤਾਂ ਇੰਨਾ ਕੋਈ ਮੱਥਾ ਮਾਰਦਾ ਨਹੀਂ ਸਿਲੇਬਸ ਤੇ, ਮੈਂ ਸਿਰਫ ਸਿਲੇਬਸ ਤੇ ਮੱਥਾ ਮਾਰ ਰਿਹਾ ਇਸ ਕਰਕੇ ਕਿ ਤੁਹਾਨੂੰ ਦੱਸਾਂ ਕਿ ਇੰਨੀ ਡਿਟੇਲ ਪੜ੍ਹਨੀ ਜ਼ਰੂਰੀ ਹੈ, ਜਾਂ ਮੈਂ ਇੰਨੀ ਡਿਟੇਲ ਦੇ ਵਿੱਚ ਪੜ੍ਹਾਊਂਗਾ। ਇਸ ਕਰਕੇ ਪੇਸ਼ੈਂਸ ਨੂੰ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੰਨੀ ਡਿਟੇਲ ਪੜ੍ਹਨੀ ਹੈ ਤਾਂ ਥੋੜਾ ਬਹੁਤ ਟਾਈਮ ਵੀ ਦੇਣਾ ਪਊਗਾ, ਥੋੜਾ ਨਹੀਂ ਬਹੁਤਾ ਟਾਈਮ ਦੇਣਾ ਪੈਣਾ। ਪਰ ਜੇਕਰ ਇੱਕ ਵਾਰੀ ਕਰ ਲਿਆ ਤਾਂ ਫਿਰ ਪੰਜਾਬ ਦਾ ਜਿਹੜਾ ਮਰਜ਼ੀ ਪੇਪਰ ਹੋਵੇ ਤੁਸੀਂ ਉੱਥੇ ਵਧੀਆ ਸਕੋਰ ਕਰੋਗੇ, ਇਹ ਮੇਰੀ ਗਾਰੰਟੀ ਹੈ, ਰਾਈਟ। ਪਰ ਪੜ੍ਹਨਾ ਤਾਂ ਪੈਣਾ ਪੂਰੀ ਡਿਟੇਲ ਦੇ ਵਿੱਚ।
कॉन्स्टिट्यूशनल डेवलपमेंट यानी बैकग्राउंड वगैरह अपना कॉन्स्टिट्यूशन मेकिंग ऑफ कॉन्स्टिट्यूशन है, यानी कॉन्स्टिट्यूशन अपना बनया किमें 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 वो इवॉल्व होया, राइट। फिर उस तो बाद प्रस्तावना प्रेम्बल है, जो प्रेम्बल आप पढ़ांगे भी प्रेम्बल किहड़े कीवर्ड्स है, की ऑब्जेक्टिव है, की गलबात है, वो सारा कुछ पढ़िया जा सकता। पार्ट्स एंड शेड्यूल्स ये भी इंपॉर्टेंट ऑब्वियस गल है। इस तो बाद आर्टिकल्स आ जाएंगे, यूनियन एंड टेरिटरी आ जाऊगा, सिटीजनशिप आ जाऊगा, फंडामेंटल राइट आ गया, फंडामेंटल ड्यूटीज आ गया, DPSP आ गया, डायरेक्टिव प्रिंसीपल ऑफ स्टेट पॉलिसी। सो बेसिकली इतों तो लगातार आर्टिकल पढ़ने पैंदे, यानी 1 तो लैके 51A ਦੇ ਜਿਹੜੇ 11 ड्यूटीज आ वो सारियां पढ़नियां पैणगियां, क्योंकि उतों कितों भी क्वेश्चन पूछा जा सकता रिलेटेड टू एनी आर्टिकल, राइट। फिर वो आर्टिकल के की कुछ आ वो एक्सप्लेनेशन भी बहुत जरूरी है। इस तो बाद आ जाऊगा तो यूनियन एग्जीक्यूटिव, फिर इंपॉर्टेंट आर्टिकल्स आ जाते, हालांकि आप तो कला कला आर्टिकल पढ़ांगे। यूनियन एग्जीक्यूटिव के फिर भावें तुसीं प्रेजिडेंट पढ़ लो, भावें वाइस प्रेजिडेंट पढ़ लो, भावें तुसीं प्राइम मिनिस्टर पढ़ लो, कौंसल ऑफ मिनिस्टर पढ़ लो। सो ये सारा चीज़ां इंपॉर्टेंट बन जाए यूनियन एग्जीक्यूटिव के आके। फिर उस तो बाद पार्लीमेंट पढ़ांगे, जिहदे लोक सभा, राज्य सभा ऑब्वियस गल है, तो स्टेट के स्टेट लैजिस्लेटिव भी गल कर लांगे, जिवें अपना तुहाडा विधान सभा हो गया, कई स्टेटां दे विच विधान परिषद भी हैगी आ। सो वो चीज़ां भी इंपॉर्टेंट बन जांदियां। फिर सेम जुडिशरी पढ़ांगे, जुडिशरी के सेंटर ऑब्वियस गल है, सुप्रीम कोर्ट है, फिर हाई कोर्ट है, फिर यूटी के फिर जुरिसडिक्शन आ गया। कई तो पुछ लिया जिवें अंडेमान निकोबार का जुरिसडिक्शन किहड़ा गा, केरला का किहड़ा गा, लक्षद्वीप का किहड़ा गा, इहो जिहा कुछ पुछ लिया जाता, राइट है। फिर ऑब्वियस गल है सबॉर्डीनेट कोर्ट्स वगैरह आ गया। इस तो बाद कौन कौन अपॉइंटमेंट्स नूं रिलेटेड आ, भी कौन अपॉइंट कर सकता है, कौन इन्हों किनू रिजाइन दे सकता है, की गलबात है, ये सारा कुछ ये ही आऊगा। लोकल सैल्फ गवर्नमेंट अपनी छोटी तो छोटी सरकार जी बनती है पंचायत, सो लोकल सैल्फ गवर्नमेंट भी पूरी डिटेल के पढ़िया जा सकता है। इस तो बाद कॉन्स्टिट्यूशनल बॉडीज़ है काफ़ी, जी कॉन्स्टिट्यूशन के थ्रू बनिया हुई, नॉन कॉन्स्टिट्यूशनल एक्सट्रा जी आप कह दें कॉन्स्टिट्यूशनल बॉडीज़, राइट है। एमरजेंसीज होगी, एमरजेंसी 352, 56 तो 60 ये सारिਆਂ ਨੂੰ पता होगा, बट 353 की है, 359 की है, जितों एक्टी क्वेश्चन पूछा भी गया सी। सो ये भी पढ़ना जरूरी है। 352, 56, 60 तो सारिਆਂ ਨੂੰ पता, राइट है। इस तो बाद आ गया अमेंडमेंट्स, इंपॉर्टेंट अमेंडमेंट्स किहड़ी अमेंडमेंट्स के नाल किहड़े आर्टिकल है, की गलबात है, वो सारा कुछ पूछा जा सकता है पॉलिटी के। सो पॉलिटी का भी यानी तुहानूं मेजर ये 15 टॉपिक है जिहड़े पढ़ने पैणगे, एंड कला कला टॉपिक तुहानूं मैं कराऊंगा, यानी इन्हां दे भी पूरी डिटेल है जिहड़ी विच तुहानूं मिलूगी, ते नाल आपां करांगे MCQ। हुण तुसीं मेरे तो करना चाहुंदे हो, कितों भी करना चाहुंदे हो, वो तुहाडी मर्जी है, राइट है। मैं कंप्लीट GK के कोर्स भी लॉन्च किए हुए, तो कल्ले कल्ले सबजैक्ट का भी लॉन्च किया होया। कल्ली पंजाब GK पढ़नी है, कल्ली पंजाब GK पढ़ो, कल्ली पॉलिटी पढ़नी है, कल्ली पॉलिटी पढ़ो, कल्ली हिस्टरी पढ़नी है, कल्ली हिस्टरी पढ़ो, सारा कुछ पढ़ना तो फिर सारा कुछ भी पढ़ सकते हो, राइट। हुण पॉलिटी तो बाद आप गल करते हैं जियोग्राफी की। सो बेसिकली जियोग्राफी इन्ना ज़्यादा पंजाब दे विच नहीं पूछा जाता, बट जो ज़्यादा पूछा जाता वो मैं तुहानूं दसूँगा, जो मैं इत्थे टॉपिक लिखे आ। जिवें आप फिजिकल जियोग्राफी की जेकर गल करिए तो अर्थ एंड यूनीवर्स तो मैक्सीमम क्वेश्चन पूछे जाते हैं। जेकर अर्थ की लेयर्स की गल करिए, चाहे वो टोपोस्फीयर है, ਜਾਂ फिर उस तो बाद स्ट्रेटोस्फीयर है ना, मीसोस्फीयर, यानी कि जो आप एक्सोस्फीयर तक जाने है ना, आयनोस्फीयर तो क्वेश्चन जिवें बहुत पूछे जाते हैं। सो बेसिकली ये क्वेश्चन लेयर्स वगैरह तो पूछे जा सकते हैं। बाकी अर्थ की जो करस्ट हो गया, मैंटल हो गया, बेसिकली जो आप इंटीरियर ऑफ अर्थ जिन्हों आप कहते हैं, बेसिकली वो बहुत इंपॉर्टेंट बन जाता है, राइट है। यूनीवर्स हो गया, यूनीवर्स के रिलेटेड आप जो गलबात करिए तो सारा ऑब्वियस गल इंपॉर्टेंट बनता है। सोलर सिस्टम तो बहुत ज़्यादा क्वेश्चन पूछे जाते हैं, सैटेलाइट्स वगैरह तो क्वेश्चन बहुत पूछे जाते हैं, मून तो क्वेश्चन पूछे जा सकते हैं, राइट। सो ये भी चीज़ें इंपॉर्टेंट बनती। इस तो बाद रिवर एंड लेक्स हो गई, इंपॉर्टेंट है बस। जो लार्जेस्ट लेक, ये भी स्टैटिक के नाल रिलेटेड होकर पूछा जा सकता है। फिर अर्थक्वेक आ गया, अर्थक्वेक के नाल फिर वोल्केनो आ गए, क्लाइमेट कितना, रेनफॉल कितना, किहो जा फॉरेस्ट पाया जाता है अपने इंडिया के जां कित्थे किहड़ा है ना, जिवें पुछ लिया जाता भी ग्रीनलैंड या आइसलैंड या किसी आप वैजीटेशन को लैके भी ये वैजीटेशन खास किहड़ी क्लाइमेट के पाई जाती, खास किहड़े टाइम के पाई जाती है ना, टैंपरेचर को लैके उहो जिहा कुछ पुछ लिया जाता। इस तो बाद हाइड्रोस्फीयर आ गई, यानी ओशियन करंट्स वगैरह आ गए, कई वार्म करंट्स आ, कई कोल्ड करंट्स आ, ये क्वेश्चन भी पूछ ले जाते हैं, जिवें अलीनो वगैरह तो क्वेश्चन पूछे जाते हैं। सो ये तुहाडा सारा फिजिकल के रिलेटेड आ गया। जिन्ना ही आप सारा कुछ पढ़िया गया, ये इंडियन बेसिस पर भी पढ़ना पऊगा, जिवें इंडियन बेसिस पर भी सारा फिजिकल स्ट्रक्चर पढ़ना पऊगा, फिजियोग्राफी, इंडिया का पूरा रोड नैटवर्क कितना, रेलवे नैटवर्क कितना, की गलबात आ, इंडिया नॉर्थ तो लैके साउथ तक, ईस्ट तो लैके वैस्ट तक, ये सारा पूछा जा सकता। चैनल्स किहड़े किहड़े आ, किहड़ियां स्ट्रेट्स है ना, जिवें 10 डिग्री चैनल किनू सैपरेट करता, 9 डिग्री चैनल किनू सैपरेट करता, 7 डिग्री चैनल किनू सैपरेट करता, सब तो नॉर्थ पॉइंट किहड़ा, साउथ पॉइंट किहड़ा, सॉरी मैं उल्टा कर गया, नॉर्थ पॉइंट किहड़ा, साउथ पॉइंट किहड़ा, ईस्ट पॉइंट किहड़ा,
ਵੈਸਟ ਪੁਆਇੰਟ ਕਿਹੜਾ। ਸੋ ਇਹੋ ਜਿਹੇ ਬੇਸਿਕਲੀ ਕੁਐਸਚਨ ਪੁੱਛੇ ਜਾਂਦੇ ਆ ਰਾਈਟ। ਸੋ ਇਹ ਚੀਜ਼ਾਂ ਵੀ ਇੰਪੋਰਟੈਂਟ ਬਣਦੀਆਂ। ਤਾਂ ਉਹੀ ਮੈਂ ਮੈਪ ਲਿਖਤਾ ਕਿ ਆਪਾਂ ਮੈਪ ਨੂੰ ਰਿਲੇਟ ਕਰਕੇ ਇੱਕ ਵਾਰੀ ਇੱਥੋਂ ਕੁਐਸਚਨ ਸਾਰੇ ਕਰ ਲਾਂਗੇ। ਠੀਕ ਹੈ, ਇਹ ਹੋਗਾ ਤੁਹਾਡਾ ਹੁਣ ਜੀਓਗ੍ਰਾਫੀ ਦਾ ਪੋਰਸ਼ਨ। ਹੁਣ ਇਸ ਤੋਂ ਬਾਅਦ ਮੈਂ ਆਉਣਾ ਇੰਡੀਅਨ ਇਕੋਨਮੀ ਤੇ। ਇੰਡੀਅਨ ਇਕੋਨਮੀ ਦਾ ਜੇਕਰ ਪੋਰਸ਼ਨ ਦੇਖਣਾ ਹੋਵੇ ਫਿਰ ਉਹੀ ਗੱਲ ਹੈ ਕਿ ਇੱਥੋਂ ਜ਼ਿਆਦਾ ਕੁਐਸਚਨ ਨਹੀਂ ਪੁੱਛੇ ਜਾਂਦੇ, ਬਟ ਜੋ ਇੰਪੋਰਟੈਂਟ ਹੈ ਜਿਵੇਂ ਪਲੈਨਿੰਗ ਕਮਿਸ਼ਨ, ਜੋ ਹੁਣ ਨੀਤੀ ਆਯੋਗ ਆਪਾਂ ਪੜ੍ਹਦੇ ਹਾਂ, ਇੱਥੋਂ ਕੁਐਸਚਨ ਪੱਕਾ ਹੀ ਪੁੱਛ ਲਿਆ ਜਾਂਦਾ ਕੋਈ ਨਾ ਕੋਈ। ਫੁੱਲ ਫਾਰਮ ਪੁੱਛੀ ਜਾ ਸਕਦੀ ਹੈ, ਕੌਣ ਚੇਅਰਮੈਨ ਹੈ, ਕੌਣ ਵਾਈਸ ਪ੍ਰੈਜ਼ੀਡੈਂਟ ਹੈ, ਕੌਣ ਫਲਾਨਾ ਧਿਉਂਕਾ। ਤੇ ਇਹਦੇ ਨਾਲ ਜੋ ਵਿੱਚ ਵਿਚਾਲੇ ਅੱਜ ਤੱਕ ਕੁਐਸਚਨ ਬਹੁਤ ਵਾਰ ਰਿਪੀਟ ਹੁੰਦੇ ਰਹੇ ਆ 5 ਈਅਰ ਪਲਾਨ ਤੋਂ, ਹਨਾ। ਕਿਹੜੇ ਪਲਾਨ ਦੇ ਵਿੱਚ ਕੀ ਜਿਹੜੀ ਯਾਨੀ ਮੰਨ ਲਓ ਗਰੀਬੀ ਹਟਾਓ ਦਾ ਨਾਰਾ ਕਿਹੜੇ ਪਲਾਨ ਦੇ ਵਿੱਚ ਸੀਗਾ, ਗ੍ਰੀਨ ਰੈਵੋਲੂਸ਼ਨ ਕਦੋਂ ਆਈ, ਕਿਹੜੇ ਪਲਾਨ ਦੇ ਵਿੱਚ ਸੀ। ਇਹੋ ਜਿਹੇ ਕੁਐਸਚਨ ਅੱਜ ਵੀ ਤੁਸੀਂ ਪੰਜਾਬ ਪੁਲਿਸ ਦੇ ਪੇਪਰ ਦੇ ਕੇ ਆਏ ਹੋ, ਉੱਥੇ ਵੀ ਤੁਹਾਨੂੰ ਮਿਲੇ ਹੋਣਗੇ ਰਾਈਟ। ਸੋ 5 ਈਅਰ ਪਲਾਨ ਹੋ ਗਿਆ, ਯਾਨੀ ਤੁਹਾਡਾ ਪਲੈਨਿੰਗ ਕਮਿਸ਼ਨ, ਨੀਤੀ ਆਯੋਗ, ਇੱਥੋਂ ਕੁਐਸਚਨ ਪੁੱਛ ਲਏ ਜਾਂਦੇ ਆ। ਇਸ ਤੋਂ ਬਾਅਦ ਫਿਜ਼ੀਕਲ ਪਾਲਿਸੀ ਕਾਫੀ ਇੰਪੋਰਟੈਂਟ ਹੈ। ਜੇਕਰ ਤੁਸੀਂ ਐਕਸਾਈਜ਼ ਦਾ ਪੇਪਰ ਦੇ ਰਹੇ ਹੋ ਜਾਂ SSSB ਦੇ ਉਸ ਤੋਂ ਬਾਅਦ ਕੋਈ ਵੀ ਪੇਪਰ ਦੇਣਾ ਆਬਕਾਰੀ ਦੇ ਨਾਲ ਰਿਲੇਟਡ, ਯਾਨੀ ਟੈਕਸਿਸ ਹੋ ਗਿਆ, GST ਹੋ ਗਿਆ, ਵੈਟ ਹੋ ਗਿਆ, ਇਹਨਾਂ ਦੀਆਂ ਫੁੱਲ ਫਾਰਮ ਹੋ ਗਈਆਂ, ਜਾਂ ਜੋ ਕਰੰਟ ਅਫੇਅਰ ਦੇ ਨਾਲ ਰਿਲੇਟਡ ਹੈ, GST ਤੋਂ ਕੁਐਸਚਨ ਪੁੱਛੇ ਜਾ ਸਕਦੇ। ਹਾਲਾਂਕਿ ਹੁਣ ਐਕਸਾਈਜ਼ ਦੇ ਜੋ ਸਿਲੇਬਸ ਆ ਉਹ ਹੁਣ ਤਾਂ ਹੈ ਨਹੀਂਗਾ, ਪਿਛਲੇ ਸਾਲ ਤਾਂ ਸਿਰਫ ਇਸ ਤੇ ਹੀ 20 ਨੰਬਰਾਂ ਦਾ ਅਲੱਗ ਤੋਂ ਸਿਲੇਬਸ ਦਿੱਤਾ ਹੋਇਆ ਸੀ। ਸੋ ਹੁਣ ਡਰਨ ਦੀ ਲੋੜ ਨਹੀਂ ਹੈਗੀ, ਹੁਣ ਅਲੱਗ ਤੋਂ ਨਹੀਂ ਹੈਗਾ। ਸੋ ਇੰਪੋਰਟੈਂਟ ਫਿਰ ਵੀ ਬਣਦਾ। ਸੋ ਆਹ ਵੀ ਚੀਜ਼ਾਂ ਇੰਪੋਰਟੈਂਟ ਪੜ੍ਹ ਲਿਓ ਭਾਈ, ਬਹੁਤ ਇੰਪੋਰਟੈਂਟ ਹੈ ਰਾਈਟ। ਇੰਡੀਅਨ ਇਕੋਨਮੀ। ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤਾਂ ਜਨਰਲ ਸਾਇੰਸ ਵੀ ਐਂ ਕਹਿ ਲਓ ਵੀ ਇਹਦੇ ਵਿੱਚ ਜੇਕਰ ਇੰਪੋਰਟੈਂਟ ਬਣੂਗਾ ਤਾਂ ਬਾਇਓ ਜ਼ਿਆਦਾ ਇੰਪੋਰਟੈਂਟ ਬਣਦੀ ਹੈ। ਫਿਜ਼ਿਕਸ ਤੇ ਕੈਮਿਸਟਰੀ ਤੋਂ ਇੰਨੇ ਜ਼ਿਆਦਾ ਕੁਐਸਚਨ ਨਹੀਂ ਪੁੱਛੇ ਜਾਂਦੇ। ਬਾਇਓ ਤੋਂ ਫਿਰ ਵੀ ਕੁਐਸਚਨ ਪੁੱਛ ਲਏ ਜਾਂਦੇ ਜੋ ਕਿ ਸਟੈਟਿਕ ਨੂੰ ਮਿਲਾ ਕੇ ਥੋੜਾ ਬਹੁਤ ਬਾਇਓ ਯਾਨੀ ਪੁੱਛਿਆ ਜਾ ਸਕਦਾ। ਜਿਵੇਂ ਸੈੱਲ ਹੋ ਗਿਆ, ਸੈੱਲ ਥਿਊਰੀ, ਸੈੱਲ ਕੀ ਹੈ, ਸਟਰਕਚਰ ਆਫ ਸੈੱਲ, ਇਹ ਇੰਪੋਰਟੈਂਟ ਹੈ। ਹਿਊਮਨ ਬਲੱਡ ਹੋ ਗਿਆ, ਹੁਣ ਬਲੱਡ ਗਰੁੱਪ ਵਗੈਰਾ ਤੋਂ ਕੁਐਸਚਨ ਪੁੱਛ ਲਿਆ ਜਾਂਦਾ ਗਾ। ਜਾਂ ਫਿਰ ਐਕਸਕ੍ਰੀਟਰੀ ਹੋ ਗਿਆ, ਐਕਸਕ੍ਰੀਟਰੀ ਸਿਸਟਮ ਆਪਣਾ ਯਾਨੀ ਕਿ ਨਰਵਸ ਸਿਸਟਮ ਹੋ ਗਿਆ ਆਪਣਾ, ਇੱਥੋਂ ਕੁਐਸਚਨ। ਡਾਈਜੈਸ਼ਨ ਸਿਸਟਮ ਹੋ ਗਿਆ, ਰੈਸਪੀਰੇਟਰੀ ਸਿਸਟਮ ਹੋ ਗਿਆ, ਰੀਪਰੋਡਕਟਿਵ ਸਿਸਟਮ ਹੋ ਗਿਆ, ਇਹ ਸਾਰਾ ਪੁੱਛ ਲਿਆ ਜਾਂਦਾ। ਸਕੈਲੇਟਨ ਸਿਸਟਮ ਹੋ ਗਿਆ, ਉਹ ਸਾਰਾ ਪੁੱਛ ਲਿਆ ਜਾ ਸਕਦਾ। ਬ੍ਰੇਨ ਤੋਂ ਪੁੱਛਿਆ ਜਾ ਸਕਦਾ, ਜਿਵੇਂ ਸੈਰੀਬ੍ਰਮ ਤੋਂ ਕੁਐਸਚਨ ਪੁੱਛਿਆ ਜਾਂਦਾ, ਸੈਰੀਬਲਮ ਤੋਂ ਕੁਐਸਚਨ ਪੁੱਛਿਆ ਜਾਂਦਾ ਹੈ ਨਾ, ਮਡੂਲਾ ਆਵਲੋਗੇਟਾ ਤੋਂ ਕੁਐਸਚਨ ਪੁੱਛਿਆ ਜਾਂਦਾ ਰਾਈਟ। ਨਿਊਟ੍ਰੀਸ਼ਨ ਤੇ ਡਿਜ਼ੀਜ਼ਸ ਹੋ ਗਿਆ। ਸੋ ਇਹ ਸਾਰੀ ਚੀਜ਼ਾਂ ਇੰਪੋਰਟੈਂਟ ਬਣਦੀਆਂ। ਬੇਸਿਕਲੀ ਥੋੜਾ ਬਹੁਤ ਐਨੀਮਲ ਕਿੰਗਡਮ ਵੀ ਪੜ੍ਹਿਆ, ਸੌਰੀ ਪਲਾਂਟ ਕਿੰਗਡਮ ਵੀ ਪੜ੍ਹਿਆ ਜਾ ਸਕਦਾ ਹੈਗਾ। ਪਲਾਂਟਸ ਦੇ ਨਾਲ ਰਿਲੇਟਡ ਵੀ ਯਾਨੀ ਕਿ ਕੁਛ ਨਾ ਕੁਛ ਪੁੱਛਿਆ ਜਾ ਸਕਦਾ। ਯਾਨੀ ਇਹ ਇੰਨੀ ਡਿਟੇਲ ਦੇ ਵਿੱਚ ਤਾਂ ਨਹੀਂ ਪੜ੍ਹਨਾ ਕਿ ਤੁਸੀਂ ਕੋਈ PPSC ਦਾ ਪੇਪਰ ਦੇਣਾ ਹੋਵੇ, ਬਟ ਇੰਨੀ ਡਿਟੇਲ ਦੇ ਵਿੱਚ ਜ਼ਰੂਰ ਪੜ੍ਹਨਾ ਕਿ ਤੁਸੀਂ SSSB ਦੇ ਐਗਜ਼ਾਮ ਦੇ ਵਿੱਚ ਜੇਕਰ ਕੋਈ ਕੁਐਸਚਨ ਆਵੇ, ਜਿਵੇਂ ਵਿਟਾਮਿਨਸ ਦੇ ਨਾਲ ਰਿਲੇਟਡ ਕੁਐਸਚਨ ਪੁੱਛਿਆ ਜਾ ਸਕਦਾ ਹੈ ਨਾ, ਬਲੱਡ ਦੇ ਨਾਲ RBC, WBC, ਪਲੇਟਲੈਟਸ ਵਗੈਰਾ ਤੋਂ ਕੁਐਸਚਨ ਪੁੱਛਿਆ ਜਾ ਸਕਦਾ, ਪਲਾਸਟਿਕਸ ਤੋਂ ਕੁਐਸਚਨ ਪੁੱਛਿਆ ਜਾ ਸਕਦਾ। ਸੋ ਇਹੋ ਜਿਹੇ ਕੁਐਸਚਨ ਆ ਜਿਹੜੇ ਪੇਪਰਾਂ ਦੇ ਵਿੱਚ ਆਮ ਤੌਰ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ। ਆਉਂਦੇ ਭਾਵੇਂ ਦੋ ਆ, ਪਰ ਉਹ ਸਕੋਰ ਫਿਰ ਜਿਹੜਾ 50 ਚੋਂ 40 ਵਾਲਾ ਉਹ ਐਵੇਂ ਹੀ ਆਊਗਾ ਰਾਈਟ। ਸੋ ਬਾਇਓਲੋਜੀ ਦੇ ਵਿੱਚ ਤੁਹਾਨੂੰ ਯਾਨੀ ਕਿ ਆਹ ਕੁਝ ਪੜ੍ਹਨਾ ਪੈਣਾ, ਤੇ ਬਾਕੀ ਇਹ ਸਾਰਾ ਕੁਝ ਪੜਾਵਾਂਗੇ ਬਹੁਤ ਡਿਟੇਲ ਦੇ ਵਿੱਚ, ਪਿਕਚਰਾਈਜ਼ ਕਰਕੇ ਬਹੁਤ ਸਹੀ ਤਰੀਕੇ ਦੇ ਨਾਲ। ਇਸ ਤੋਂ ਬਾਅਦ ਆ ਗਿਆ ਨਾਲ MCQ ਵੀ ਕਰਾਂਗੇ। ਫਿਜ਼ਿਕਸ ਤੇ ਕੈਮਿਸਟਰੀ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਪੋਰਸ਼ਨ ਨਹੀਂ, ਬਟ ਫਿਜ਼ਿਕਸ ਕੈਮਿਸਟਰੀ ਦੇ ਵਿੱਚ ਲਾਈਟ, ਸਾਊਂਡ, ਗ੍ਰੈਵਿਟੀ, ਇਹਨਾਂ ਦੀ ਡੈਫੀਨੇਸ਼ਨਸ ਪਤਾ ਹੋਣੀ ਚਾਹੀਦੀਆਂ, ਯੂਨਿਟਸ ਪਤਾ ਹੋਣੇ ਚਾਹੀਦੇ ਆ, ਇਹ ਚੀਜ਼ਾਂ ਇੰਪੋਰਟੈਂਟ ਬਣ ਗਈਆਂ। ਰਿਫਰੈਕਸ਼ਨ ਹੋ ਗਿਆ, ਰਿਫਲੈਕਸ਼ਨ ਹੋ ਗਿਆ, ਇਹ ਪਤਾ ਹੋਣਾ ਚਾਹੀਦਾ ਰਾਈਟ। ਨਿਊਟਨ ਲਾਜ਼ ਹੋ ਗਿਆ, ਲਾਜ਼ ਆਫ ਮੋਸ਼ਨ, ਇਨਰਸ਼ੀਆ, ਸਾਰਾ ਕੁਝ ਨਿਊਟਨ ਦੇ ਯਾਨੀ ਕਿ ਜਿਹੜੇ ਲਾਅ ਆ, ਇੱਥੋਂ ਵੀ ਕੁਐਸਚਨ ਇੱਕ ਅੱਧਾ ਪੱਕਾ ਪੁੱਛਿਆ ਜਾਂਦਾਗਾ। ਫਿਰ ਆਪਾਂ ਕੈਮਿਸਟਰੀ ਦੇ ਨਾਲ ਰਿਲੇਟਡ ਦੇਖੀਏ ਤਾਂ ਐਸਿਡ ਹੋ ਗਿਆ, ਸਾਲਟ ਹੋ ਗਿਆ, ਇੱਥੋਂ ਇੱਕ ਦੋ ਕੁਐਸਚਨ ਦੇਖਣ ਨੂੰ ਮਿਲ ਸਕਦੇ ਆ। ਰੇਡੀਓ ਐਕਟਿਵਿਟੀ ਦੇ ਨਾਲ ਰਿਲੇਟਡ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ, ਜਿਵੇਂ ਯੂਰੇਨੀਅਮ 234, 35, ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਮਿਲ ਜਾਂਦੇ ਰੇਡੀਓ ਐਕਟਿਵ ਤੋਂ। ਇੱਕ ਅੱਧਾ ਕੁਐਸਚਨ ਵੀ ਆ ਗਿਆ ਤਾਂ ਬਸ ਆਪਣੇ ਵਾਸਤੇ ਬੱਲੇ ਬੱਲੇ ਆ ਰਾਈਟ। ਸੋ ਇਹ ਤੁਹਾਡਾ ਜਨਰਲ ਸਾਇੰਸ ਦਾ ਇੱਕ ਸਿਲੇਬਸ ਹੋ ਗਿਆ। ਸਾਰੇ ਸਿਲੇਬਸ ਨੂੰ ਇੱਕ ਕਾਪੀ ਤੇ ਨੋਟ ਕਰਨਾ, ਮੇਰੇ ਤੋਂ ਪੜ੍ਹਨਾ ਤਾਂ ਵੀ ਨੋਟ ਕਰਨਾ, ਨਹੀਂ ਆਪ ਪੜ੍ਹ ਰਹੇ ਹੋ ਤਾਂ ਇਹਨਾਂ ਚੀਜ਼ਾਂ ਨੂੰ ਨੋਟ ਕਰੋ ਐਂਡ ਪੜ੍ਹੋ ਧਿਆਨ ਦੇ ਨਾਲ ਰਾਈਟ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਹੁਣ ਸਟੈਟਿਕ ਜੀਕੇ। ਤਾਂ ਸਟੈਟਿਕ ਜੀਕੇ ਦੇ ਜਿਹੜੇ ਮੈਂ ਟੌਪਿਕ ਆ ਉਹ ਕਿੰਨੇ ਚੁਣੇ ਆ, ਯਾਨੀ ਤੁਸੀਂ ਐ ਮੰਨੋ 26 ਟੌਪਿਕ ਆ, 26 ਤੋਂ ਬਾਅਦ 17 ਟੌਪਿਕ ਹੋਰ ਆ, ਯਾਨੀ 15 ਟੌਪਿਕ ਹੋਰ ਆ। ਤਾਂ ਬੇਸਿਕਲੀ ਇਹ ਜੇਕਰ ਤੁਸੀਂ ਟੌਪਿਕ ਕਰਕੇ ਜਾਂਦੇ ਹੋ ਤਾਂ ਸਟੈਟਿਕ ਜੀਕੇ ਐਂ ਕਹਿ ਲਓ ਵੀ ਤੁਹਾਨੂੰ 99% ਸੌਖੀ ਲੱਗਣ ਲੱਗ ਜੂ। ਹਾਲਾਂਕਿ ਸਟੈਟਿਕ ਜੀਕੇ ਦਾ ਮਤਲਬ ਕੀ ਆ ਕਿ ਕੁਝ ਵੀ ਪੁੱਛ ਲੈਣਾ, ਕੁਝ ਵੀ ਜੋ ਸਟੈਟਿਕ ਹੈ ਬਸ, ਹੈ ਨਾ, ਤੁਰੇ ਜਾਂਦੇ ਨੂੰ ਕੁਝ ਵੀ ਪੁੱਛ ਲੈਂਦੇ ਵੀ ਦੱਸ ਵੀ ਕੌਣ ਹੈ ਰਾਈਟ। ਬਟ ਫਿਰ ਵੀ ਮੈਂ ਟੌਪਿਕ ਸਬ ਟੌਪਿਕ ਬਣਾਉਂਦਾ ਐਸੇ ਟੌਪਿਕ ਤੁਹਾਨੂੰ ਦੱਸਦੇ, ਜਾਂ ਆਪਾਂ ਜੋ ਕਰਾਂਗੇ ਯਾਨੀ ਮੈਕਸਿਮਮ ਤੁਸੀਂ ਇੱਥੋਂ ਸਟੈਟਿਕ ਜੀਕੇ ਦਾ ਪੋਰਸ਼ਨ ਛੱਡੋਗੇ ਨਹੀਂ, ਇਹ ਪੱਕੀ ਗੱਲ ਰਾਈਟ। ਹੁਣ ਮੈਂ ਉਹ ਦੱਸਣ ਜਾ ਰਿਹਾ ਸਾਰਾ ਕੁਝ। ਤਾਂ ਜਿਵੇਂ ਬਹੁਤ ਸੌਖਾ, ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਆਪ ਪੜ੍ਹਦੇ ਹੋਵੋਗੇ, ਲਿਸਟ ਆਫ ਫਸਟਸ ਇਨ ਇੰਡੀਆ, ਯਾਨੀ ਇੰਡੀਆ ਦੇ ਵਿੱਚ ਫਸਟ ਮੇਲ, ਫਸਟ ਫੀਮੇਲ, ਇਹੋ ਜਿਹਾ ਕੁਝ ਪੁੱਛ ਲਿਆ ਜਾਂਦਾ। ਸੇਮ ਵਰਲਡ ਦੇ ਵਿੱਚ ਵੀ ਪੁੱਛ ਲਿਆ ਜਾਂਦਾ, ਫਸਟ ਇਨ ਦਾ ਵਰਲਡ, ਇੰਡੀਆ ਦੇ ਬੇਸ ਤੇ ਵੀ ਪੁੱਛਿਆ ਜਾਊਗਾ ਮੇਲ ਫੀਮੇਲ, ਵਰਲਡ ਦੇ ਬੇਸਿਸ ਤੇ ਵੀ ਪੁੱਛਿਆ ਜਾ ਸਕਦਾ ਮੇਲ ਫੀਮੇਲ। ਇਸੇ ਤਰੀਕੇ ਨਾਲ ਲਾਰਜੈਸਟ ਕੀ ਆ, ਲੌਂਗੈਸਟ ਕੀ ਆ, ਹੈ ਨਾ, ਜਿਵੇਂ ਲੌਂਗੈਸਟ ਮੰਨ ਲਓ ਆਪਾਂ ਨੇ ਪੁੱਛ ਲੈਣਾ ਕਿ ਲੌਂਗੈਸਟ ਯਾਨੀ ਲੇਕ ਕਿਹੜਾ, ਲੌਂਗੈਸਟ ਓਸ਼ੀਅਨ ਕਿਹੜਾ, ਲਾਰਜੈਸਟ ਆਈਲੈਂਡ ਕਿਹੜਾ,
ਵਰਲਡ ਦੇ ਵਿੱਚ ਜਾਂ ਹੈ ਨਾ, ਇਹੋ ਜਿਹਾ ਕੁਝ ਕੁਐਸਚਨ ਪੁੱਛੇ ਜਾਂਦੇ ਆ ਹੈ ਨਾ, ਜਾਂ ਲੌਂਗੈਸਟ ਰੇਲਵੇ ਨੈਟਵਰਕ ਕਿਹੜਾ ਹੈ, ਕੁਝ ਵੀ ਪੁੱਛਿਆ ਜਾ ਸਕਦਾ, ਯਾਨੀ ਕੁਝ ਵੀ, ਬਟ ਫਿਰ ਵੀ ਆਪਾਂ ਪੜਾਂਗੇ ਜੋ ਯਾਨੀ ਡਿਟੇਲ ਹੋਊਗੀ ਉਹ ਤੁਹਾਨੂੰ ਸਾਰੀ ਮੈਂ ਕਰਾਊਂਗਾ, ਯਾਨੀ ਮੈਕਸਿਮਮ ਕੁਐਸਚਨ ਜੋ ਰਿਪੀਟ ਹੁੰਦੇ ਆ ਉਹ ਵੀ ਆਪਾਂ ਕਰਾਂਗੇ। ਸੋ ਉਸ ਤਰੀਕੇ ਦੇ ਕੁਐਸਚਨ, ਰਾਈਟ। ਇਸ ਤੋਂ ਬਾਅਦ ਆ ਗਿਆ ਹਿਸਟੋਰੀਕਲ ਮੋਨੂਮੈਂਟਸ। ਸੋ ਇਹ ਵੀ ਚੀਜ਼ਾਂ ਇੰਪੋਰਟੈਂਟ ਬਣਦੀਆਂ, ਜਿੰਨੇ ਇੰਪੋਰਟੈਂਟ ਮੋਨੂਮੈਂਟਸ ਹੈ ਨਾ, ਕਿੱਥੇ ਆ ਜਾਂ ਉਹ ਕਿਹੜੇ ਦੇ ਨਾਲ ਕਿਹਦੇ ਨਾਲ ਰਿਲੇਟ ਕਰਦੇ ਆ ਮੋਨੂਮੈਂਟਸ, ਰਾਈਟ, ਉਹ ਪੁੱਛਿਆ ਜਾ ਸਕਦਾ। ਇਨਸਕ੍ਰਿਪਸ਼ਨਸ ਪੁੱਛਿਆ ਜਾਂਦੀਆਂ, ਜਿਵੇਂ ਅਸ਼ੋਕਾ ਇਨਸਕ੍ਰਿਪਸ਼ਨ ਪੁੱਛਿਆ ਜਾਂਦਾਗਾ, ਰਾਈਟ। ਸੋ ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਬਣਦੀਆਂ। ਇਲਾਹਾਬਾਦ ਇਨਸਕ੍ਰਿਪਸ਼ਨ ਹੋ ਗਿਆ, ਚਲੋ ਖੈਰ, ਤਾਂ ਹਿਸਟੋਰੀਕਲ ਮੋਨੂਮੈਂਟਸ ਹੋ ਗਏ। ਫਿਰ ਨੋਬਲ ਪ੍ਰਾਈਜ਼ਸ ਹੋ ਗਏ। ਇਹ ਨੋਬਲ ਪ੍ਰਾਈਜ਼ਸ ਸਟੈਟਿਕ ਜੀਕੇ ਦੇ ਪੁਆਇੰਟ ਆਫ ਵਿਊ ਤੋਂ ਵੀ ਇੰਪੋਰਟੈਂਟ ਹੈ, ਤੇ ਜਾਂ ਫਿਰ ਆਪਾਂ ਕਹਿ ਲਓ ਵੀ ਕਰੰਟ ਦੇ ਨਾਲ ਤਾਂ ਇੰਪੋਰਟੈਂਟ ਹੈ। ਜਿਵੇਂ ਹੁਣ ਨੋਬਲ ਪ੍ਰਾਈਜ਼ 2022 ਦੇ ਵਿੱਚ ਕਿਹਨਾਂ ਨੂੰ ਕਿਹੜੀ ਕੈਟਾਗਰੀ ਦੇ ਵਿੱਚ ਮਿਲਿਆ, ਜਾਂ ਨੋਬਲ ਪੀਸ ਪ੍ਰਾਈਜ਼ ਕਦੋਂ ਸਟਾਰਟ ਹੋਇਆ, ਇਹੋ ਜਿਹੇ ਕੁਐਸਚਨ ਵੀ ਪੁੱਛ ਲਏ ਜਾਂਦੇ ਆ, ਰਾਈਟ। ਫਿਰ ਨੈਸ਼ਨਲ ਸਿੰਬਲਸ ਆ ਗਏ ਹੈ ਨਾ, ਇੰਪੋਰਟੈਂਟ ਨੈਸ਼ਨਲ ਸਿੰਬਲ, ਜਿਵੇਂ ਆਪਾਂ ਸਟੇਟ ਸਿੰਬਲ ਪੜ੍ਹਦੇ ਹਾਂ ਉਵੇਂ ਨੈਸ਼ਨਲ ਬਰਡ ਵੀ ਆ, ਨੈਸ਼ਨਲ ਫਲੈਗ ਵੀ ਆ, ਨੈਸ਼ਨਲ ਐਂਥਮ ਵੀ ਆ, ਨੈਸ਼ਨਲ ਸੌਂਗ ਵੀ ਆ, ਹੈ ਨਾ। ਸੋ ਇਹੋ ਜਿਹੇ ਕੁਐਸਚਨ ਉਦੋਂ ਬਾਅਦ ਬਹੁਤ ਕੁਝ ਆ ਜਾਂਦਾ ਹੈ, ਐਵੇਂ ਲੱਗਦਾ ਇਕੱਲਾ ਇਹ ਟਾਈਟਲ ਹੈ, ਪਰ ਇਹਦੇ ਵਿੱਚ ਇੰਨਾ ਕੁਝ ਆ ਜਾਊਗਾ ਕਿ ਤੁਸੀਂ ਐਂ ਕਹ ਲਓ ਵੀ ਇਸ ਤੋਂ ਹੀ ਤੁਸੀਂ 100 ਕੁਐਸਚਨ ਬਣਾ ਸਕਦੇ ਹੋ, ਰਾਈਟ। ਇਸ ਤੋਂ ਬਾਅਦ ਆ ਗਿਆ ਜੀ ਮੇਜਰ ਇੰਟੈਲੀਜੈਂਸ ਏਜੰਸੀਜ਼। ਇੰਡੀਆ ਦੀ ਜਿਵੇਂ ਆਪਾਂ ਗੱਲਬਾਤ ਕਰਦੇ ਹਾਂ, ਇੰਡੀਆ ਪਾਕਿਸਤਾਨ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ, ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਨੂੰ ਕੀ ਕਿਹਾ ਜਾਂਦਾ ਗਾ, ਇੰਡੀਆ ਦੀ ਏਜੰਸੀ ਨੂੰ ਕੀ ਕਿਹਾ ਜਾਂਦਾ ਗਾ, ਪਾਕਿਸਤਾਨ ਦੀ ਏਜੰਸੀ ਨੂੰ ਕੀ ਕਿਹਾ ਜਾਂਦਾ ਗਾ, ਸ਼੍ਰੀਲੰਕਾ ਦੇ ਵਿੱਚ ਕੀ ਕਿਹਾ ਜਾਂਦਾ ਗਾ, ਮਾਲਦੀਵ ਦੇ ਵਿੱਚ ਕੀ ਕਿਹਾ ਜਾਂਦਾ ਗਾ, ਮਿਆਂਮਾਰ ਦੇ ਵਿੱਚ ਕੀ ਕਿਹਾ ਜਾਂਦਾ ਗਾ। ਸੋ ਇਹ ਕੁਐਸਚਨ ਸਟੈਟਿਕ ਦੇ ਤੌਰ ਤੇ ਪੁੱਛ ਲਏ ਜਾਂਦੇ ਆ, ਹੈ ਨਾ। ਜਾਂ ਰॉ ਦੀ ਫੁੱਲ ਫਾਰਮ ਕੀ ਆ, ISI ਦੀ ਫੁੱਲ ਫਾਰਮ ਕੀ ਆ, ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਆ। ਈਰਾਨ ਦੇ ਵਿੱਚ ਕੀ ਆ, ਇਰਾਕ ਦੇ ਵਿੱਚ ਕੀ ਆ, ਠੀਕ ਹੈ, ਸੀਰੀਆ ਦੇ ਵਿੱਚ ਕੀ ਆ, ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਆ। ਸੋ ਜਿਵੇਂ ਹੁਣ ਮੰਨ ਲਓ ਇਸ ਤੋਂ ਬਾਅਦ ਆਪਾਂ ਸੇਮ ਜਿਵੇਂ ਮੇਜਰ ਇੰਟੈਲੀਜੈਂਸ ਏਜੰਸੀ ਦੀ ਗੱਲ ਕੀਤੀ ਆ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਇੰਟੈਲੀਜੈਂਸ ਏਜੰਸੀਜ਼ ਆਪਾਂ ਨੂੰ ਨਾਮ ਯਾਦ ਰੱਖਣੇ ਪੈਂਦੇ ਆ, ਸੇਮ ਪਾਰਲੀਮੈਂਟ ਦੇ ਵੀ ਆਪਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਯਾਦ ਰੱਖਣੇ ਪੈਂਦੇ ਆ। ਜਿਵੇਂ ਆਪਣੇ ਜੋ ਕਹਿ ਲਓ ਵੀ ਜਾਪਾਨ ਦੀ ਪਾਰਲੀਮੈਂਟ ਨੂੰ ਕੀ ਕਿਹਾ ਜਾਂਦਾ, ਡਾਈਟ, ਰਾਈਟ। ਪਾਕਿਸਤਾਨ ਦੀ ਪਾਰਲੀਮੈਂਟ ਨੂੰ ਕੀ ਕਿਹਾ ਜਾਂਦਾ, ਬੰਗਲਾਦੇਸ਼ ਦੀ ਪਾਰਲੀਮੈਂਟ ਨੂੰ ਕੀ ਕਿਹਾ ਜਾਂਦਾ, ਸ਼੍ਰੀਲੰਕਾ ਦੀ ਪਾਰਲੀਮੈਂਟ ਨੂੰ ਕੀ ਕਿਹਾ ਜਾਂਦਾ, ਨੇਪਾਲ ਦੀ ਪਾਰਲੀਮੈਂਟ ਨੂੰ ਕੀ ਕਿਹਾ ਜਾਂਦਾ। ਸੋ ਜੋ ਇੰਪੋਰਟੈਂਟ ਹੈ, ਖਾਸ ਕਰਕੇ ਆਪਣੇ ਜਿਹੜੇ ਗੁਆਂਢੀ ਦੇਸ਼ ਆ ਉਹਨਾਂ ਦੇ ਪਾਰਲੀਮੈਂਟ ਪੜ੍ਹਨੇ ਜ਼ਰੂਰੀ ਆ, ਇੱਥੋਂ ਵੀ ਕੁਐਸਚਨ ਪੁੱਛਿਆ ਜਾਂਦਾ। ਫਿਰ ਆ ਗਿਆ ਉਸ ਤੋਂ ਬਾਅਦ ਇੰਟਰਨੈਸ਼ਨਲ ਆਰਗੇਨਾਈਜੇਸ਼ਨ, UNO ਤਾਂ ਸਭ ਤੋਂ ਆਪਾਂ ਪੜ੍ਹਦੇ ਹਾਂ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਫਿਰ ਉਸ ਤੋਂ ਬਾਅਦ ਜਿੰਨੀਆਂ ਵੀ ਹੈ, ਚਾਹੇ ਉਹ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਆ, ਚਾਹੇ IMF ਆ, ਚਾਹੇ ਵਰਲਡ ਬੈਂਕ ਆ, ਬਹੁਤ ਸਾਰੀਆਂ ਆਰਗੇਨਾਈਜੇਸ਼ਨ ਆ, ਟ੍ਰੇਡ ਦੇ ਨਾਲ ਰਿਲੇਟਡ ਹੈ, ਰਾਈਟ ਆ, ਹੈਲਥ ਦੇ ਨਾਲ ਰਿਲੇਟਡ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ, ਰਾਈਟ ਆ। ਸੋ ਮੈਟਰੋਲੋਜੀਕਲ ਆਰਗੇਨਾਈਜੇਸ਼ਨ। ਸੋ ਬੇਸਿਕਲੀ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਉਹਨਾਂ ਦੇ ਹੈੱਡਕੁਆਟਰ, ਉਹਨਾਂ ਦੀ ਫਾਊਂਡੇਸ਼ਨ ਕਦੋਂ ਹੋਈ ਆ, ਕਿਹੜੇ ਇੰਪੋਰਟੈਂਟ ਮੈਂਬਰਸ ਆ, ਕਿੰਨੇ ਮੈਂਬਰ ਹੁੰਦੇ ਆ, ਇਹੋ ਜਿਹਾ ਕੁਝ ਵੀ ਇੰਪੋਰਟੈਂਟ ਬਣਦਾ ਗਾ। ਇਸ ਤੋਂ ਬਾਅਦ ਅਵਾਰਡਸ ਇਨ ਇੰਡੀਆ। ਅਵਾਰਡ ਇਨ ਇੰਡੀਆ, ਜਿਵੇਂ ਆਪਾਂ ਨੋਬਲ ਪ੍ਰਾਈਜ਼ ਦੀ ਗੱਲ ਕੀਤੀ ਹੈ ਤਾਂ ਉਵੇਂ ਅਵਾਰਡਸ ਇਨ ਇੰਡੀਆ ਵੀ ਆ। ਜਿਵੇਂ ਆਪਾਂ ਗੱਲਬਾਤ ਕਰੀਏ ਕਿ ਭਾਰਤ ਰਤਨ ਹੋ ਗਿਆ, ਆਪਣਾ ਭਾਰਤ ਭੂਸ਼ਣ ਹੋ ਗਿਆ, ਵਿਭੂਸ਼ਣ ਹੋ ਗਿਆ। ਸੋ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਆ। ਜਾਂ ਫਿਰ ਆਪਾਂ ਡਿਫੈਂਸ ਦੇ ਨਾਲ ਰਿਲੇਟਡ ਪੜ੍ਹਦੇ ਹਾਂ, ਪਰਮਵੀਰ ਚੱਕਰ, ਹੈ ਨਾ। ਸੋ ਬੇਸਿਕਲੀ ਡਿਫੈਂਸ ਦੇ ਨਾਲ ਰਿਲੇਟਡ ਜਿੰਨੇ ਅਵਾਰਡ ਹੋ ਗਏ। ਸੋ ਅਵਾਰਡ ਇਨ ਇੰਡੀਆ ਯਾਨੀ ਜੋ ਇੰਡੀਆ ਦੇ ਵਿੱਚ ਸਪੋਰਟਸ ਦੇ ਨਾਲ ਰਿਲੇਟਡ ਹੋ ਗਏ, ਰਾਈਟ ਆ। ਸੋ ਇਹ ਅਰਜੁਨ ਅਵਾਰਡ ਹੋ ਗਿਆ, ਹੈ ਨਾ। ਸੋ ਇਹੋ ਜਿਹੇ ਅਵਾਰਡ ਆ ਜਿਹੜੇ ਉਹ ਪੁੱਛ ਲਏ ਜਾਂਦੇ ਆ, ਪੇਪਰਾਂ ਦੇ ਵਿੱਚ ਆਉਂਦੇ ਆ, ਇਹ ਆਪਾਂ ਪੜ੍ਹਾਂਗੇ। ਇਸ ਤੋਂ ਬਾਅਦ ਆ ਗਿਆ ਜੀ ਫੇਮਸ ਰਾਈਟਰਸ। ਇੰਪੋਰਟੈਂਟ ਫੇਮਸ ਰਾਈਟਰਸ ਪੁੱਛ ਲਏ ਜਾਂਦੇ ਆ, ਕਿਹੜੀ ਬੁੱਕ ਕਿਹੜੇ ਰਾਈਟਰ ਦੇ ਨਾਲ ਰਿਲੇਟਡ ਆ। ਕਈ ਵਾਰੀ ਹਿਸਟਰੀ ਦੇ ਨਾਲ ਰਿਲੇਟਡ ਕਈ ਬੁੱਕਸ ਹੁੰਦੇ, ਜਿਵੇਂ ਮਹਾਤਮਾ ਗਾਂਧੀ ਦੇ ਨਾਲ ਰਿਲੇਟਡ ਕੋਈ ਬੁੱਕ ਪੁੱਛ ਲੈਣਗੇ, ਹੈ ਨਾ। ਜਾਂ ਕੋਈ ਨਿਊਜ਼ਪੇਪਰ ਪੁੱਛ ਲੈਣਗੇ, ਬਾਲ ਗੰਗਾਧਰ ਤਿਲਕ ਦੇ ਨਾਲ ਪੁੱਛ ਲੈਣਗੇ, ਅਰਬਿੰਦੋ ਘੋਸ਼ ਦੇ ਨਾਲ ਪੁੱਛ ਲੈਣਗੇ, ਬਹੁਤ ਸਾਰਾ ਕੁਛ ਆ ਜਾਣੀ ਕਿ, ਰਾਈਟ। ਸੋ ਫੇਮਸ ਰਾਈਟਰਸ ਹੋ ਗਿਆ। ਇਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਸਿਟੀਜ਼ ਤੇ ਫਾਊਂਡਰਸ। ਇਹ ਵੀ ਹਿਸਟਰੀ ਦੇ ਨਾਲ ਰਿਲੇਟਡ ਪੁੱਛਿਆ ਜਾ ਸਕਦਾ। ਜਿਵੇਂ ਆਗਰਾ ਸਿਟੀ ਕਿਹਨੇ ਫਾਊਂਡ ਕੀਤਾ, ਜੈਪੁਰ ਸਿਟੀ ਕਿਹਨੇ ਫਾਊਂਡ ਕੀਤਾ, ਗੁਜਰਾਤ ਸਿਟੀ ਕਿਹਨੇ ਫਾਊਂਡ ਕੀਤਾ, ਹੈ ਨਾ, ਮਦਰਾਸ ਸਿਟੀ ਕਿਹਨੇ ਫਾਊਂਡ ਕੀਤਾ। ਇਹ ਕੁਐਸਚਨ ਮੈਂ ਉਹ ਬੋਲਿਆ ਜਿਹੜੇ ਪੇਪਰਾਂ ਦੇ ਵਿੱਚ ਆ ਚੁੱਕੇ ਆ। ਬਾਕੀ ਤਾਂ ਬਹੁਤ ਕੁਛ ਹੈ, ਯਾਨੀ ਮੈਂ ਇੱਥੇ ਤਾਂ ਦੱਸਣ ਲੱਗ ਜਾਂ ਫਿਰ ਤਾਂ ਪਤਾ ਨਹੀਂ ਕਿੰਨਾ ਕੁਛ ਹੋ ਜਾਊਗਾ। ਯਾਨੀ ਸਿਟੀਜ਼ ਤੇ ਫਾਊਂਡਰ ਵੀ ਆਪਾਂ ਪੜਾਂਗੇ। ਅੰਮ੍ਰਿਤਸਰ ਪੁੱਛਿਆ ਜਾ ਸਕਦਾ ਨਾ। ਸੋ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ। ਸੋ ਇਹ ਯਾਨੀ ਕਿ ਸਾਰੇ ਜਿਹੜੇ ਟੌਪਿਕ ਆ ਇੰਪੋਰਟੈਂਟ ਬਣਦੇ ਆ। 12 ਟੌਪਿਕ ਹੀ ਹੋਇਆ, ਹਜੇ 26 ਟੌਪਿਕ ਤੱਕ ਜਾਣਾ। ਇਸ ਤੋਂ ਬਾਅਦ ਆਪਾਂ ਕਲਰ ਰੈਵੋਲੂਸ਼ਨ ਪੜ੍ਹਦੇ ਹਾਂ। ਕਲਰ ਰੈਵੋਲੂਸ਼ਨ ਕਿਵੇਂ, ਗ੍ਰੀਨ ਰੈਵੋਲੂਸ਼ਨ ਕੀ ਹੈ ਨਾ, ਗ੍ਰੇ ਰੈਵੋਲੂਸ਼ਨ ਕੀ ਹੈ, ਯੈਲੋ ਰੈਵੋਲੂਸ਼ਨ ਕੀ ਆ, ਹੈ ਨਾ। ਸੋ ਬੇਸਿਕਲੀ ਵਾਈਟ ਰੈਵੋਲੂਸ਼ਨ ਕਾਹਦੇ ਨਾਲ ਰਿਲੇਟਡ ਹੈ। ਸੋ ਰੈਵੋਲੂਸ਼ਨ ਵੀ ਪੁੱਛੀਆਂ ਜਾਂਦੀਆਂ। ਸੋ ਕਲਰ ਰੈਵੋਲੂਸ਼ਨ ਪੜਾਂਗੇ। ਇਸ ਤੋਂ ਬਾਅਦ ਅੱਗੇ ਸਮਾਧੀ ਜਿਹੜੀ ਸਥਲ ਹੈ, ਸਮਾਧੀ ਸਥਲ, ਰਾਜੀਵ ਗਾਂਧੀ ਦੇ ਸਮਾਧੀ ਸਥਲ ਨੂੰ ਕੀ ਕਿਹਾ ਜਾਂਦਾ, ਮਹਾਤਮਾ ਗਾਂਧੀ ਦੇ ਕੀ ਕਿਹਾ ਜਾਂਦਾ, ਇੰਦਰਾ ਗਾਂਧੀ ਦੇ ਸਥਲ ਨੂੰ ਕੀ ਕਿਹਾ ਜਾਂਦਾ, ਮਹਾਤਮਾ ਗਾਂਧੀ ਦੇ ਸਥਲ ਨੂੰ ਕੀ ਕਿਹਾ ਜਾਂਦਾ। ਸੋ ਆਹ ਸਮਾਧੀ ਸਥਲ ਵੀ ਇੱਕ ਅੱਧਾ ਕੁਐਸਚਨ ਪੁੱਛ ਲਿਆ ਜਾਂਦਾ, ਰਾਈਟ ਆ। ਫਿਰ ਡਿਸਕਵਰੀ ਇਨਵੈਂਸ਼ਨ ਤੋਂ ਵੀ ਕੁਐਸਚਨ ਪੁੱਛ ਲਿਆ ਜਾਂਦਾ। ਇੰਸਟਰੂਮੈਂਟਸ, ਰਾਈਟ, ਜਿਵੇਂ ਮੰਨ ਲਓ ਪੁੱਛ ਲਿਆ ਜਾਂਦਾ ਵੀ ਭਾਈ ਜਿਹੜਾ ਆਪਣਾ ਰਾਈਟ ਬ੍ਰਦਰਸ ਕੌਣ ਸੀ, ਹੈ ਨਾ, ਇਹਨਾਂ ਤੋਂ ਕੁਐਸਚਨ ਪੁੱਛ ਲਿਆ ਜਾਂਦਾ। ਜਾਂ ਟੈਲੀਫੋਨ ਕਿਹਨੇ ਇਨਵੈਂਟ ਕੀਤਾ ਸਭ ਤੋਂ ਪਹਿਲਾਂ, ਜਾਂ ਸਭ ਤੋਂ ਪਹਿਲਾਂ ਜਿਵੇਂ ਕਹਿ ਲਓ ਵੀ ਕੀ ਕਹਿੰਦੇ ਇਲੈਕਟ੍ਰਿਕ ਮਸ਼ੀਨ, ਹੈ ਨਾ, ਕਿਹਨੇ ਯਾਨੀ ਕਿ ਇਨਵੈਂਟ ਕੀਤੀ, ਜਾਂ ਅਬੈਕਸ ਜਿਹੜਾ ਹੈਗਾ ਉਹ ਕਿਹਨੇ
सब तो पहला इन्वेंट किया है ना। डिस्कवरी के रिलेटेड भी पूछा जा सकता, जिवें भारत की डिस्कवरी किहने की, अमेरिका की डिस्कवरी किहने की, या बहुत सारे ऐसिया चीज़ां जिन्हां की डिस्कवरी हुई है। सो डिस्कवरी के नाल इन्वेंशन यानी कि पूछा जा सकता। इस तो बाद आ गया जी फेमस प्लेसिस। कई ऐसिया प्लेसिस आ जिमें प्लेसिस के रिलेटेड जां कह लो भी कोई मंदिर है, जिमें फॉर एग्जाम्पल मान लो पूछा जाता मीनाक्षी टैंपल, ये बहुत बार पूछा जाता भी कित्थे है मीनाक्षी टैंपल, राइट। एवें इंटरनैशनल पॉइंट ऑफ व्यू तो भी इंपॉर्टेंट बनते हैं कई प्लेसिस जिहड़ियां कि पूछिया जा सकदियां, राइट। इस तो बाद आ गया जी फोक एंड क्लासिकल डांस। ये तो इंपॉर्टेंट हैगे आ, किन्ने फोक डांस आ, किन्ने क्लासिकल डांस आ, बाकी किहड़ी स्टेट का किहड़ा फोक डांस है ये पूछा जा सकता। जिवें फॉर एग्जाम्पल मैं पूछ ला कि राजस्थान का फोक डांस किहड़ा है ना, जां इन्हां दे विचों राजस्थान का फोक डांस किहड़ा। सो इहो ਜਿਹੇ क्वेश्चन भी पूछे जाते हैं। क्लासिकल डांस का इंपॉर्टेंट हैगे आ, जिवें भारत नट्यम हो गया है ना। सो है ना, यह क्वेश्चन बेसिकली पूछे जाते। कुचीपुड़ी हो गया, यहो जो कुछ पूछा जाता। इस तो बाद आ गया जी इंपॉर्टेंट डेज एंड ईवेंट्स। सो आ भी पूछ लिया जाता वर्ल्ड इन्वायरमेंट डे कदों होंदा गा, है ना, वर्ल्ड एल्डरली डे कदों होंदा गा, है ना, जां वर्ल्ड तुसीं कह लो भी कुछ भी कह लो वर्ल्ड के रिलेटेड क्यों इंडिया के रिलेटेड भी पूछा जा सकता है। इंडिया के रिलेटेड मान लो भाई नैशनल टीचर्स डे कदों होंदा गा, कुछ भी कह सकते हो। यानी कि इंपॉर्टेंट डेज एंड ईवेंट्स भी पूछे जा सकते हैं। वर्ल्ड हैल्थ डे कदों होंदा गा, राइट। चलो खैर इस तो बाद आ गया जी इंडियन स्पेस सेंटर। इंडियन तुसीं कोई टॉपिक ऐसा रहना नहीं जो आप ना करांगे, राइट। जां मैं तुहानूं सारे टॉपिक दस रहा जेकर तुसीं आप भी करोगे। तो इंडियन स्पेस सेंटर हो गया, इसरो के नाल रिलेटेड पूछा जा सकता है। इसरो के नाल होर बहुत सारिया ऐसे सेंटर जो इंडिया के फैले हुए है ना, कित्थे आ वो सेंटर, की उन्हों का हैडकुआटर है या की उत्थे हुंदा गा, वो सारा कुछ पूछा जा सकता है। फिर तुहाडा आ गया नैशनल पार्क। इंपॉर्टेंट नैशनल पार्क हो गया, गिर नैशनल पार्क कित्थे है ना, बांधवगढ़ नैशनल पार्क कित्थे है, राइट। जां सब तो पहला पुराना नैशनल पार्क कित्थे है, जिम कॉर्बेट नैशनल पार्क कित्थे है, राइट। जां उन्हां दा किन्ना एरिया गा। सो इहो जिहा कुछ भी इत्थे पुछ लैंदे। वाइल्ड लाइफ सेंचुरीज वगैरह पूछे जांदियां, जां किसी इंपॉर्टेंट जानवर नूं लैके पूछा जा सकता, जिहड़े हाल ही दे विच टाइगर्स लैके आए वो किहड़े नैशनल पार्क दे विच छड्डे गए आ, इहो जिहा क्वेश्चन पूछा जा सकता, राइट। इस तो बाद आ गया जी निक नेम्स। ये निक नेम्स प्लेसिस दे नाल रिलेटेड भी है ते इंपॉर्टेंट परसनैलिटीज़ दे नाल रिलेटेड भी, जिवें दीन बंधु किहनूं कहा जांदा, देश बंधु किहनूं कहा जांदा, है ना, नेक्ड मैन किहनूं कहा जांदा गा, है ना। सो बेसिकली यानी कहने का मतलब की है ਜਿਹੜਾ ਕਿਸੇ ਨਾਮ ਜੋ ਕਿਸੇ ਪਰਸਨੈਲਿਟੀ ਦਾ ਮਸ਼ਹੂਰ ਹੋ ਜੇ, ਹੈ ਨਾ। ਕਈ ਸਿਟੀਜ਼ ਵੀ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਗਾ ਵੀ ਜੇ ਮੰਨ ਲਓ ਸਿਲਕ ਰੂਟ ਪੁੱਛ ਲੈ ਭਾਈ ਕਿੱਥੇ ਹੈ ਨਾ। ਸੋ ਇਹੋ ਜਿਹੇ ਕੁਐਸਚਨ ਵੀ ਪੁੱਛ ਲਿਆ ਜਾਂਦਾ। ਜਾਂ ਕਹਿ ਲਓ ਜਿਵੇਂ ਆਪਾਂ ਮੈਨਚੈਸਟਰ ਆਫ ਇੰਡੀਆ ਪੜ੍ਹਦੇ ਹਾਂ, ਮੈਨਚੈਸਟਰ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਗਾ, ਰਾਈਸ ਬਾਲ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਗਾ। ਸੋ ਨਿਕ ਨੇਮਸ ਬੇਸਿਕਲੀ ਪਲੇਸਿਸ ਦੇ ਨਾਲ ਰਿਲੇਟਡ ਤੇ ਇੰਪੋਰਟੈਂਟ ਪਰਸਨੈਲਿਟੀ ਦੇ ਨਾਲ ਰਿਲੇਟਡ ਉਹ ਪੜ੍ਹਾਂਗੇ ਆਪਾਂ। ਇਸ ਤੋਂ ਬਾਅਦ ਆ ਗਿਆ ਜੀ ਪਾਵਰ ਪਲਾਂਟ, ਥਰਮਲ ਪਾਵਰ ਪਲਾਂਟ ਪੁੱਛੇ ਜਾ ਸਕਦੇ, राइट। ये पूरे इंडिया के ही पूछे जा सकते हैं। इस तो बाद PSU हो गया, पब्लिक सैक्टर यूनिट्स, जिवें मिनी रत्ना हो गया, महारत्ना, मिनी रत्ना, नवरत्ना, ये क्वेश्चन पूछे जा सकते हैं, राइट। इस तो बाद आ गया रिसर्च इंस्टीट्यूट, जिवें राइस इंस्टीट्यूट रिसर्च इंस्टीट्यूट कित्थे है, पेट्रोलियम ऑयल के रिलेटेड रिसर्च इंस्टीट्यूट कित्थे है। सो जिन्ने भी रिसर्च इंस्टीट्यूशन अपने इंडिया के उन्हां दा पुछ लिया जाता भी भाई ये किहड़ी स्टेट के विच है या किहड़ी सिटी के विच है। इस तो बाद यूनैस्को साइट्स अपने पूछिया जांदियां, राइट। बहुत 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 इंपॉर्टेंट है यूनैस्को साइट्स कि किनू कदों मानता मिली। सब तो पहली यूनैस्को साइट अपने इंडिया के किहड़ी नूं मानता मिली सी, यह क्वेश्चन पूछ लेना। इस तो बाद आ गया जी नैशनल ते इंटरनैशनल स्पोर्ट्स, है ना। इन्हां दे नाल रिलेटेड कुछ पॉइंट्स होंदे हैं, जिवें फॉर एग्जाम्पल मान लो गुली, ये किहड़ी गेम दे नाल रिलेटेड है, राइट। जां फिर कुछ ऐसा जिवें मान लो कह लो भी संदीप सिंह जां हरमनप्रीत सिंह किहड़ी गेम दे नाल रिलेटेड है ना। जां मान लो जिवें आपां सौखी एग्जाम्पल लैने विराट कोहली किहड़ी गेम दे नाल रिलेटेड है। सो इहो जिहा कुछ भी पुछ लिया जाता। जां मैं रॉजर फेडरर पुछ ला कि किहड़ी गेम दे नाल रिलेटेड करदा, राफेल नाल किहड़ी गेम दे नाल रिलेटेड करदा, ल्यूस हैमिल्टन है किहड़ी गेम दे नाल रिलेटेड करदा। सो नैशनल ते इंटरनैशनल स्पोर्ट्स इंपॉर्टेंट बनदी ते नाल इन्हां दे अवार्ड वगैरह भी जो मिलदे आ वो भी इंपॉर्टेंट बनदे। सो ये सारा जिहड़ा हैगा स्टैटिक जीके का पोर्शन है, जिहड़ा कि कह लो भी 26 टॉपिक जेकर तुसीं जदों भी पढ़ रहे हो तो 26 टॉपिक तुहाडे ध्यान दे विच होने चाहिए कि की मैं इन्ना कुछ पढ़ लिया या नहीं। जेकर तुसीं आप पढ़ना चाहुंदे तो लूसेंट की बुक आ, अरिहंत की बुक आ, होर बहुत सारिया मार्केट के बुक आउंदियां। जेकर तुसीं मेरे तो करना चाहुंदे तो ऑब्वियस गल है SSB जीके दे विच जाओ तो ऑल सबजैक्ट वाला करो, यानी SSB जीके। बस ऐ कह लो भी बेहतरीन तुहाडे सामने ये बहुत कुछ वधिया तरीके दे नाल डिटेल दे विच कराया जाऊगा, राइट। पर उस तो अलावा जो सब तो इंपॉर्टेंट बनता ना वो बनता जी करंट अफेयर। इनू सैल्फ स्टडी कहते हैं, हालांकि इनू सारे कराउंदे, मैं भी कराऊंगा, बट सैल्फ स्टडी के नाल सारा कुछ सही हो जाता। क्योंकि जेकर मैं हाल ही देखा कि जो मेरे स्टूडेंट या यानी कि जो भी है, जो स्टूडेंट मेरे नहीं, जो भी स्टूडेंट वधिया करते हैं,
जो भी स्टूडेंट वधिया करते उन्होंने विच सैल्फ स्टडी का मादा बहुत होंदा है। सैल्फ स्टडी करनी चाहिए है। बहुत घट टीचर या बहुत घट स्टूडेंट ये गल नाल एग्री करते हैं। उन्होंने ये लगता भी सानू बनी बनाई चीज़ मिल जाए तो टीचर भी बनी बनाई चीज़ दे देंगे। मेरा मनना यह नहीं है। सैल्फ स्टडी सब तो इंपॉर्टेंट है। कोचिंग तो सिर्फ एक राह दस सकती है, पर सैल्फ स्टडी ही एक की है जी तो एक कामयाबी वाले राह तक लैके जाती है। हुण एक करंट अफेयर अपने मैगजीन का मैगजीन का जो टाइटल है वह मैं लैके आया। करंट अफेयर के मैगजीन मिलूगा। मैगजीन तुसीं हुण आप भी पढ़ना, मैं भी पढ़ाऊँगा, राइट है। यानी ये दोनों चीज़ां तुहानूं पैरलल लैके चलनी पैणगियां, आप नूं भी पढ़ना पैना, राइट है। क्योंकि एक टीचर इन्ना कुछ हैंडल नहीं कर सकता कदे भी, एंड हैंडल कर भी लवे। रीडिंग हैबिट अपनी होनी चाहिए, सैल्फ स्टडी अपनी होनी चाहिए। जिवें ऑबवियस गल है बर्निंग इशू जो महीने के वो रिसेंट जो अपॉइंटमेंट्स हुई नैशनल तो इंटरनैशनल ईवेंट आही तुहाडे सिलेबस दे विच दिता होया करंट अफेयर, राइट है। बैंकिंग ते इकोनॉमी दे नाल रिलेटेड हो गया। MOU ਜਿਹੜੇ ਸਾਈਨ ਹੁੰਦੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਿਹੜੀ ਕੰਟਰੀ ਦੇ ਨਾਲ ਜਾਂ ਕਿਹੜੀ ਆਰਗੇਨਾਈਜੇਸ਼ਨ ਦੇ ਨਾਲ ਕਿਹੜੀ ਕੰਪਨੀ ਦੇ ਨਾਲ ਸਾਈਨ ਹੋਇਆ। ਇਸ ਤੋਂ ਬਾਅਦ ਅਵਾਰਡਸ ਐਂਡ ਰੈਕਗਨੀਸ਼ਨ ਹੋ ਗਏ, ਕਿਹੜੇ ਕਿਹੜੇ ਅਵਾਰਡ ਕਿਹਨੂੰ ਕਿਹਨੂੰ ਕਿਵੇਂ ਕਿਵੇਂ ਮਿਲੇ ਆ। ਸਪੋਰਟਸ ਦੇ ਨਾਲ ਰਿਲੇਟਡ ਹੋ ਗਿਆ, ਗੇਮਾਂ ਦੇ ਨਾਲ ਰਿਲੇਟਡ ਹੋ ਗਿਆ, ਸਾਇੰਸ ਐਂਡ ਟੈਕ ਦੇ ਨਾਲ ਰਿਲੇਟਡ ਹੋ ਗਿਆ। ਇੰਪੋਰਟੈਂਟ ਆਪਣੀ ਐਕਸਰਸਾਈਜ਼ਸ ਹੋ ਗਈਆਂ, ਉਹ ਸਾਰਾ ਕੁਝ ਇੰਪੋਰਟੈਂਟ ਬਣਦਾ ਗਾ। ਡਿਫੈਂਸ ਐਕਸਰਸਾਈਜ਼ ਆਫ ਦਾ ਮੰਥ, ਅਬੈਚਰੀ ਹੋ ਗਿਆ, ਕੌਣ ਜਹਾਨ ਛੱਡ ਗਏ है ना, तुर गए ਜਿਹੜੇ ਵਿਚਾਰੇ उन्होंने तो क्वेश्चन पूछा जाता। मिसलेनियस ईवेंट्स हो गए, ये पूछे जा सकते हैं। इंपॉर्टेंट डेज ऑफ द मंथ हो गए, ये पूछे जा सकते हैं। बुक्स एंड ऑथर पूछे जा सकते हैं। सो ये 14 टॉपिक है जोड़े बहुत इंपॉर्टेंट रोल अदा करते हैं करंट अफेयर का। ये अपने मैगजीन के तुसीं ये मैगजीन भी लै सकते हो। तो मैगजीन जो करोगे तो कली कली डिटेल तुहानूं हर मंथ की मिलूगी। अपने नोट्स बनाओ, सारा कुछ ये तुसीं कर सकते हो। फिर इसे बेस ते ही करंट अफेयर बेस्ड यानी GS क्वेश्चन जिहड़ा कि लगभग महीने का 500 क्वेश्चन बनता, तुसीं ये भी कर सकते हो। फिर आ गया रिवीजन कॉर्नर। रिवीजन कॉर्नर का मतलब की है कि सिंगल लाइनर, ये तो एक्सप्लेनेशन के नाल सारा कुछ होगा। रिवीजन कॉर्नर का मतलब सिंगल लाइन है ना, सिंगल लाइन जी बैक एंड ते दिती होंदी है। वो हो गया इन्फोग्राफिक्स, कुछ पिक्स वगैरह लैके जितों कुछ ना कुछ तुहानूं करवाउण दी कोशिश की जाती है। सो ये सारे 17 के 17 यानी कि जिहड़े हैगे करंट अफेयर के टॉपिक आ। सो मैनूं नहीं लगता भी कदे भी तुसीं इन्नी डिटेल दे विच कदे अपने सिलेबस नूं जाणिया होऊगा। ਜਦੋਂ ਤੁਸੀਂ ਇੰਨਾ ਸਿਲੇਬਸ ਜਾਣ ਲਿਆ ਨਾ, ਮੈਂ ਗਰੰਟੀ ਨਾਲ ਕਹਿਣਾ ਕਿ ਇੰਨਾ ਸਿਲੇਬਸ ਜਿਹਨੇ ਇਹ ਵੀਡੀਓ ਦੇਖ ਲਈ ਜਾਂ ਜਿਹਨੇ ਸਿਰਫ ਨੋਟ ਕਰ ਲਿਆ 20% ਤਿਆਰੀ ਉਹਦੀ ਹੋ ਚੁੱਕੀ ਆ। ਮਜ਼ਾਕ ਨਹੀਂ ਕਰਦਾ, 20% ਕਿਉਂ? ਕਿਉਂਕਿ ਉਹਨੂੰ ਇੰਨਾ ਪਤਾ ਲੱਗ ਗਿਆ ਵੀ ਹੁਣ ਉਹਨੇ ਪੜ੍ਹਨਾ ਕੀ ਆ। ਕਈਆਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਉਹ ਮੱਥਾ ਮਾਰੀ ਜਾਂਦੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਪੜ੍ਹਨਾ ਕੀ ਆ, ਕੀ ਇੰਪੋਰਟੈਂਟ ਆ, ਕੀ ਛੱਡੀਏ, ਕੀ ਪੜ੍ਹੀਏ। ਹੁਣ ਤੁਹਾਨੂੰ ਮੈਂ ਸਾਰੇ ਟੌਪਿਕ ਦੇਤੇ, ਹੁਣ ਜਾਂ ਤਾਂ ਆਪਣੇ ਆਪ ਕਰ ਲਓ ਤੇ ਜਾਂ ਫਿਰ ਮੇਰੇ ਕੋਲੇ ਆ ਜਾਓ, ਜਿਹੜਾ ਕਿ ਮੈਂ ਤੁਹਾਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਕਰਾਊਂਗਾ। ਉਹਦੇ ਵਾਸਤੇ ਤੁਸੀਂ ਐਪਲੀਕੇਸ਼ਨ ਆ ਜਿਹੜੀ ਇੰਸਟਾਲ ਕਰ ਲਓ। ਹੁਣ ਮੈਂ ਆਈਫੋਨ ਵਾਲਿਆਂ ਨੂੰ ਦੱਸ ਦਿੰਦਾ, ਜਿਨ੍ਹਾਂ ਕੋਲੇ ਆਈਫੋਨ ਆ ਉਹ ਕਲਾਸ ਪਲੱਸ ਇੰਸਟਾਲ ਕਰ ਲਓ, ਕਲਾਸ ਪਲੱਸ ਇੰਸਟਾਲ ਕਰ ਲਓ ਤੇ ਆਰਗੇਨਾਈਜੇਸ਼ਨ ਕੋਡ ਉੱਥੇ ਮੰਗਣਗੇ ਤੁਹਾਨੂੰ, ਉਹ ਕਰ ਲਓ ਯੂਜ਼ MHWIH ਕਲਾਸ ਪਲੱਸ ਇੰਸਟਾਲ ਕਰ ਲਓ, ਆਰਗੇਨਾਈजेशन कोड MHWIH ਤੇ ਮੇਰਾ ਨੰਬਰ ਹੈ 7986906566। ठीक है, सारिਆਂ ਨੂੰ हैप्पी दिवाली। तो ये दिवाली तो बाद सारा कोर्स स्टार्ट होना गा। तो मैं दस देना, जिमें मान लो दिवाली है, दिवाली प्लस एक दिन तो उदू बाद यानी उदू अगले दिन दिवाली तो 2 दिन बाद यानी ये लैक्चर आ जोड़े स्टार्ट होंगे। ऑलरेडी मैं उत्थे इंट्रोडक्शन वीडियो पा रहा गा। तो जे मेरे नाल करना चाहते हो तो जल्दी तो जल्दी इनरोल कर लो। दिवाली करके कूपन कोड वगैरह भी लगे हुए हैं, तो जल्दी तो जल्दी इनरोल करोगे, फिर नाल करोगे तो पूरी वधिया तरीके दे नाल सारी जीके तुहाडी हो जानी है। जिवें तुहानूं मैं सारा दस रहा कि इत्थे मैथ्स पिया, कल्ला मैथ करना चाहते तो इत्थे ऑलरेडी चल रहा। कल्ली पंजाब जीके करना चाहते तो कल्ली पंजाब जीके कर लो। ऑल सबजैक्ट करना चाहते हो यानी जिहदे विच तुहाडा क्लर्क एक्सरसाइज वीडियो सारा कवर होगा। ऑल सबजैक्ट का मतलब मैथ, रीजनिंग, इंग्लिश, जीके सारा ये कर सकते हो। कंप्लीट कल्ली ट्रिपल SB जीके करना, कल्ली जीके जो मैं तुहानूं सारा सिलेबस दस्सिया आ कोर्स लै सकते हो। ये 10,000 MCQ वाला अजे स्टार्ट होगा, ये भी तुसीं कर सकते हो। बाकी पंजाबी व्याकरण वगैरह तुसीं सारा कर सकते हो जेकर करना चाहो, राइट आ। बाकी चैनल नूं सबसक्राइब करो, वध तो वध इस वीडियो नूं शेयर कर सकते हो। जिन्होंने सिलेबस वगैरह नहीं पता, ऑलरेडी मैं इन्ना कुछ जेकर दस्सिया तो ऑबवियस गल है इस कोई ना कोई दम हैगा, राइट आ। तो बाकी अपनी तैयारी करते रहो बखूब ढंग दे नाल, ते आपां वधिया वधिया वीडियोज़ नाल होर मिलते रहांगे। पंजाब करंट अफेयर जिहड़े मैं यूट्यूब ते ऑलरेडी करा रहा, ठीक है। घट होंगे इसे करके 1-2 दिन छड्ड के आउंदे आ, बट वो करो जरूर। तो आपां होर नवीं वीडियोज़ नाल मिलते रहांगे इसे तरीके दे नाल। थैंक यू सो मच, बाय बाय, टेक केयर, बाबा नानक मेहर करे। तो आपां होर नवीं वीडियोज़ नाल मिलते रहांगे। धन्नवाद, थैंक यू।